प्यारे बच्चों, ਅੱਜ ਅਸੀਂ ਫੰਡਾਮੈਂਟਲ ਆਫ ਇੰਟਰਨੈਟ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡਾ ਜਿਹੜਾ ਫੰਡਾਮੈਂਟਲ ਆਫ ਈ ਬਿਜ਼ਨਸ ਸਬਜੈਕਟ ਹੈਗਾ ਆ, ਇਹਦੇ ਵਿੱਚ ਜਦੋਂ ਅਸੀਂ ਆ ਚੈਪਟਰ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਆ ਤੇ ਮੰਨ ਕੇ ਚੱਲਣਾ ਹੈਗਾ ਆ ਕਿ ਆ ਬਹੁਤ ਬੇਸ ਹੈਗਾ ਆ। ਕਿਉਂਕਿ ਜਦੋਂ ਆਪਾਂ ਕਹਿ ਰਹੇ ਨਾ ਕਿ ਸਾਡਾ ਈ ਬਿਜ਼ਨਸ, ਸਾਡਾ ਸਬਜੈਕਟ ਹੈ ਈ ਬਿਜ਼ਨਸ, ਤੇ ਉਹਨੂੰ ਈ ਕੌਣ ਬਣਾ ਰਿਹਾ ਹੈਗਾ, ਉਹਨੂੰ ਇਲੈਕਟ੍ਰੋਨਿਕ ਕੌਣ ਬਣਾ ਰਿਹਾ ਹੈਗਾ? ਉਹ ਤੇ ਇੰਟਰਨੈਟ ਹੀ ਹੈ ਨਾ। ਅਗਰ ਇੰਟਰਨੈਟ ਹੈਗਾ ਆ ਤੇ ਫਿਰ ਅਸੀਂ ਮੰਨ ਕੇ ਚੱਲੀਏ ਕਿ ਜਿਹੜਾ ਸਾਡਾ ਬਿਜ਼ਨਸ ਹੈਗਾ ਆ ਉਹ ਇਲੈਕਟ੍ਰੋਨਿਕਲੀ ਪਰਫਾਰਮ ਕਰ ਪਾਊਗਾ, ਫਿਰ ਉਹ ਕਿਤੇ ਦੂਰ ਬਹਿ ਕੇ ਵੀ ਸਥਾਪਿਤ ਹੋ ਪਾਊਗਾ। ਅਸੀਂ ਬਿਜ਼ਨਸ ਅਗਰ ਕਰਨਾ ਚਾਹੁੰਦੇ ਹਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਜਾਂ ਵਿਦੇਸ਼ਾਂ ਵਿੱਚ, ਤੇ ਉਹ ਪੋਸੀਬਲ ਕਿਸ ਤਰ੍ਹਾਂ ਹੋਊਗਾ? ਉਹ ਟੂਲ ਕਿਹੜਾ ਹੈਗਾ ਆ, ਉਹ ਕਿਸ ਚੀਜ਼ ਦਾ ਇਸਤੇਮਾਲ ਆਪਾਂ ਕਰਾਂਗੇ ਕਿ ਆਪਾਂ ਕਰ ਪਾਵਾਂਗੇ? ਤੇ ਉਹ ਹੈਗਾ ਆ ਸਾਡਾ ਇੰਟਰਨੈਟ। ਹੁਣ ਇੰਟਰਨੈਟ ਨੂੰ ਸਮਝਣ ਲਈ ਆਪਾਂ ਸਾਰੀ ਜਦੋਜਹਿਦ ਕਰਾਂਗੇ ਕਿ ਇੰਟਰਨੈਟ ਕੀ ਹੈਗਾ ਆ, ਇਹਦੇ ਫੰਡਾਮੈਂਟਲਸ ਕੀ ਹੈਗੇ ਨੇ, ਤੇ ਇਹ ਕਿਸ ਤਰ੍ਹਾਂ ਉਪਯੋਗੀ ਹੈਗਾ ਆ ਸਾਡੇ ਬਿਜ਼ਨਸ ਨੂੰ ਚਲਾਉਣ ਵਿੱਚ, ਤੇ ਜਿਹੜਾ ਅੱਜ ਅਸੀਂ ਈ ਬਿਜ਼ਨਸ ਕਹਿ ਰਹੇ ਹੈਗੇ ਆ ਇਹਦੇ ਵਿੱਚ ਇਹਦੀ ਭੂਮਿਕਾ ਕੀ ਹੈਗੀ ਆ। ਤੇ ਪਿਆਰੇ ਬੱਚਿਓ, ਚਲੋ ਇਹਨੂੰ ਆਪਾਂ ਸ਼ੁਰੂ ਕਰਦੇ ਹੈਗੇ ਆ। ਤਾਂ ਸਭ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਆ ਵਾਟ ਇਜ਼ ਇੰਟਰਨੈਟ। देखो इंटरनेट की है, इंटरनेट इज ए ग्लोबल नेटवर्क ऑफ कंप्यूटर्स एंड कंप्यूटर नेटवर्क कनेक्टेड टुगेदर फॉर कम्युनिकेशन एंड शेयरिंग ऑफ इंफॉर्मेशन। ये एक नेटवर्क हैगा बच्चों कहता बहुत सारे कंप्यूटर्स का, ਤੇ ਜਿਹੜੇ ਕੰਪਿਊਟਰ ਨੈਟਵਰਕਸ ਹੈਗੇ ਨੇ ਉਹ ਵੀ ਆਪਸ ਵਿੱਚ ਕਨੈਕਟਡ ਹੈਗੇ ਨੇ, ਕਾਹਦੇ ਕਰਕੇ ਕਿ ਕਮਿਊਨੀਕੇਸ਼ਨ ਕਰ ਸਕਣ, ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕਣ। ਹੁਣ ਵੇਖੋ ਇੰਟਰਨੈਟ ਦੀ ਮਦਦ ਨਾਲ ਹੁੰਦਾ ਨਾ ਕਿ ਸਾਡੇ ਕੋਲ ਜਿਹੜਾ ਮੋਬਾਈਲ ਆ ਉਹ ਵੀ ਇੱਕ ਪ੍ਰਕਾਰ ਦਾ ਕੰਪਿਊਟਰ ਹੈਗਾ, ਪਰ ਉਹਦੀ ਜਿਹੜੀ ਪਈ ਜਾਣਕਾਰੀ ਆ ਉਹ ਆਪਾਂ ਕਿਸੇ ਵੀ ਦੇਸ਼ ਦੇ ਕੋਨੇ ਵਿੱਚ, ਦੇਸ਼ੋਂ ਵਿਦੇਸ਼ ਵਿੱਚ ਆਪਾਂ ਇੰਟਰਨੈਟ ਦੀ ਮਦਦ ਨਾਲ ਸ਼ੇਅਰ ਕਰ ਸਕਦੇ ਹਾਂ, ਕਮਿਊਨੀਕੇਟ ਕਰ ਸਕਦੇ ਹੈਗੇ ਹਾਂ। ਤੇ ਇਹ ਕਿੰਨੇ ਹੀ ਮਦਦ ਨਾਲ ਹੋ ਰਿਹਾ? ਇੰਟਰਨੈਟ ਨਾਲ। ਤੇ ਉਹ ਜਦੋਂ ਅਸੀਂ ਆਪਣਾ ਮੋਬਾਈਲ ਜਾਂ ਆਪਣਾ ਕੰਪਿਊਟਰ ਵੀ ਉਹਦੇ ਵਿੱਚ ਲਗਾਤਾ ਤੇ ਉਸ ਨੈਟਵਰਕ ਦਾ ਉਹ ਵੀ ਹਿੱਸਾ ਹੋ ਜਾਂਦਾ। ਤੇ ਇਸ ਤਰ੍ਹਾਂ ਮਿਲੀਅਨ ਬਿਲੀਅਨਸ ਕੰਪਿਊਟਰ ਲੱਗੇ ਹੋਏ ਨੇ, ਉਹਨਾਂ ਦੇ ਨੈਟਵਰਕਸ ਲੱਗੇ ਹੋਏ ਨੇ ਜਿਹੜੇ ਕਿ ਆਪਸ ਵਿੱਚ ਕਮਿਊਨੀਕੇਟ ਕਰ ਰਹੇ ਨੇ, ਇਨਫੋਰਮੇਸ਼ਨ ਨੂੰ ਸ਼ੇਅਰ ਕਰ ਰਹੇ ਹੈਗੇ ਨੇ। ਫਿਰ ਕੀ ਕਹਿੰਦਾ? ਇਟ ਇਜ਼ ਅ ਮੈਸਿਵ ਨੈਟਵਰਕ ਆਫ ਨੈਟਵਰਕਸ। ਇਹ ਨੈਟਵਰਕ ਦਾ ਵੀ ਨੈਟਵਰਕਸ ਇਹਦੇ ਵਿੱਚ ਸ਼ਾਮਿਲ ਹੈਗੇ ਨੇ, ਬਹੁਤ ਸਾਰੇ ਨੈਟਵਰਕਸ ਜਿਹੜੇ ਹੈਗੇ ਨੇ ਉਹ ਇਹਦੇ ਵਿੱਚ ਸ਼ਾਮਿਲ ਹੈਗੇ ਨੇ। ਬਹੁਤ ਸਾਰੇ ਕੰਪਿਊਟਰ ਆਪਸ ਜੁੜਦੇ ਨੇ, ਉਹ ਇੱਕ ਨੈਟਵਰਕ ਬਣਾਉਂਦੇ ਨੇ, ਤੇ ਫਿਰ ਉਹ ਨੈਟਵਰਕ ਫਰਦਰ ਹੋਰ ਨੈਟਵਰਕਸ ਦੇ ਨਾਲ ਜੁੜਦਾ ਹੈਗਾ ਆ। ਤੇ ਕਰਦਾ ਕੀ ਹੈਗਾ? ਕਨੈਕਟਿੰਗ ਮਿਲੀਅਨਸ ਆਫ ਪੀਪਲ ਐਂਡ ਡਿਵਾਈਸ ਅਰਾਊਂਡ ਦਾ ਵਰਲਡ। ਉਹਦਾਂ ਉਹ ਲੱਖਾਂ ਕਰੋੜਾਂ ਜਿਹੜੀਆਂ ਡਿਵਾਈਸਿਸ ਤੇ ਇਨਸਾਨ ਹੈਗੇ ਨੇ ਉਹਨਾਂ ਨੂੰ ਆਪਸ ਵਿੱਚ ਜੋੜਦਾ ਹੈਗਾ ਆ। ਹੁਣ ਕਿੰਨਾ ਆਸਾਨ ਹੈ ਨਾ, ਅਸੀਂ ਇੱਥੇ ਆਪਣਾ ਰਿਕਾਰਡ ਕਰ ਰਹੇ ਲੈਸਨ, ਤੁਸੀਂ ਇੰਟਰਨੈਟ ਦੀ ਮਦਦ ਨਾਲ ਇਹਨੂੰ ਵੇਖ ਸਕੋਗੇ। ਤੇ ਇਹ ਕਿਸ ਤਰ੍ਹਾਂ ਪੋਸੀਬਲ ਹੋਇਆ? ਸਾਡੇ ਜਿਹੜੀ ਕੰਪਿਊਟਰ ਦੀ ਜਾਣਕਾਰੀ ਸੀ ਉਹ ਤੁਹਾਡੇ ਕੰਪਿਊਟਰ ਤੱਕ ਕਿਸ ਤਰ੍ਹਾਂ ਪਹੁੰਚ ਰਹੀ ਹੈਗੀ ਆ, ਉਹਦੇ ਵਿੱਚ ਮਦਦ ਕਰ ਰਿਹਾ ਸਾਡਾ ਇੰਟਰਨੈਟ। ਤੇ ਹੁਣ ਸਾਨੂੰ ਇਹ ਸਮਝ ਆ ਗਿਆ ਕਿ ਇੰਟਰਨੈਟ ਕੀ ਹੈਗਾ ਆ? ਨੈਟਵਰਕਸ ਦਾ ਨੈਟਵਰਕ ਹੈਗਾ ਆ। ਕੰਪਿਊਟਰ ਦੇ ਜਿਹੜੇ ਨੈਟਵਰਕ ਹੈਗੇ ਨੇ ਖੁਦ ਵਿੱਚ ਕਨੈਕਟਡ ਹੈਗੇ ਨੇ। ਕਿਉਂ ਕਨੈਕਟਡ ਹੈਗੇ ਨੇ? ਤਾਂ ਕਿ ਉਹ ਕਮਿਊਨੀਕੇਟ ਕਰ ਸਕਣ, ਇਨਫੋਰਮੇਸ਼ਨ ਨੂੰ ਸ਼ੇਅਰ ਕਰ ਸਕਣ। ਤੇ ਇਹ ਬਹੁਤ ਜ਼ਰੂਰੀ ਹੈਗਾ ਪਿਆਰੇ ਬੱਚਿਓ ਕਿ ਅਸੀਂ ਅਗਰ ਇੰਟਰਨੈਟ ਨੂੰ ਆਪਾਂ ਸਮਝ ਲਿਆ ਤਾਂ ਸਾਨੂੰ ਇੱਕ ਬੇਸਿਕ ਸਮਝ ਆ ਜਾਂਦਾ ਹੈਗਾ ਆ ਕਿ ਕਿਸ ਤਰ੍ਹਾਂ ਈ ਬਿਜ਼ਨਸ ਵਿੱਚ ਜਿਹੜਾ ਆ ਕੰਪਿਊਟਰ ਸਾਡੀ ਮਦਦ ਕਰੇਗਾ। ਤੇ ਇਹਦੀ ਸਮਝਣ ਨਾਲ ਫਿਰ ਅਸੀਂ ਆਪਣੇ ਬਿਜ਼ਨਸ ਨੂੰ ਸਿੰਪਲ ਬਿਜ਼ਨਸ ਨਹੀਂ ਰਹਿਣ ਦੇਵਾਂਗੇ, ਫਿਰ ਉਹ ਇਲੈਕਟ੍ਰੋਨਿਕ ਬਿਜ਼ਨਸ ਬਣ ਜਾਊਗਾ। ਤੇ ਫਿਰ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਫੈਲਿਆ ਜਾ ਸਕਦਾ ਹੈਗਾ ਆ। ਫਿਰ ਕਿਤੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਤੇ ਵੀ ਆਪਣੇ ਗੁੱਡਸ ਜਾਂ ਸਰਵਿਸਿਜ਼ ਵੇਚੀਆਂ ਜਾ ਸਕਦੀਆਂ ਨੇ, ਮਾਰਕੀਟ ਕੀਤੀਆਂ ਜਾ ਸਕਦੀਆਂ ਹੈਗੀਆਂ ਨੇ, ਪਹੁੰਚਾਈਆਂ ਜਾ ਸਕਦੀਆਂ ਨੇ। ਜੇ ਜਾਣਕਾਰੀ ਪਹੁੰਚੇਗੀ ਤੇ ਫਿਰ ਉਹਨੂੰ ਆਪਾਂ ਵੇਚ ਵੀ ਸਕਦੇ ਹੈਗੇ ਹਾਂ। ਤੇ ਇਹਦੇ ਵਿੱਚ ਮਦਦ ਕੌਣ ਕਰੇਗਾ? ਇੰਟਰਨੈਟ। ਮੰਨ ਲਓ ਆਪਾਂ ਇੰਟਰਨੈਟ ਨੂੰ ਮਿਸ ਕਰਤੀ ਹੈ, ਠੀਕ ਹੈ ਜੀ, ਇੰਟਰਨੈਟ ਨਹੀਂ ਹੈਗਾ, ਤੇ ਅਸੀਂ ਕਲਪਨਾ ਕਰੀਏ ਕਿ ਸਾਡਾ ਜਿਹੜਾ ਬਿਜ਼ਨਸ ਹੈਗਾ ਆ ਉਹ ਈ ਬਿਜ਼ਨਸ ਹੈ, ਤੇ ਕਿਸ ਤਰ੍ਹਾਂ ਕਲਪਨਾ ਕਰਾਂਗੇ? ਫਿਰ ਤੇ ਉਹ ਈ ਬਿਜ਼ਨਸ ਨਹੀਂ ਰਹੂਗਾ ਨਾ, ਇਹ ਤੇ ਉਹ ਨਾਰਮਲ ਬਿਜ਼ਨਸ ਦੀ ਤਰ੍ਹਾਂ ਹੋ ਜਾਊਗਾ। ਤੇ ਆਪਾਂ ਜਦੋਂ ਇਹ ਟੌਪਿਕ ਪੜ੍ਹ ਰਹੇ ਹਾਂ ਇੰਟਰਨੈਟ ਦਾ, ਤੇ ਮੰਨ ਕੇ ਚੱਲੀ ਕਿ ਜਿਹੜਾ ਸਾਡਾ ਸਬਜੈਕਟ ਹੈਗਾ ਫੰਡਾਮੈਂਟਲ ਆਫ ਈ ਬਿਜ਼ਨਸ, ਇਹ ਉਹਦੀ ਇੱਕ ਬੁਨਿਆਦ ਹੈਗੀ ਆ। ਅਗਰ ਇੰਟਰਨੈਟ ਹੈਗਾ ਆ ਤੇ ਸਾਡਾ ਜਿਹੜਾ ਕੰਪਿਊਟਰ ਹੈਗਾ ਆ ਉਹ ਦੇਸ਼ਾਂ ਵਿਦੇਸ਼ਾਂ ਦੇ ਕੰਪਿਊਟਰ ਨਾਲ ਜੁੜ ਜਾਏਗਾ, ਫਿਰ ਸਾਨੂੰ ਉੱਥੋਂ ਬਿਜ਼ਨਸ ਮਿਲ ਸਕੇਗਾ। ਸਾਡਾ ਜਿਹੜਾ ਬਿਜ਼ਨਸ ਹੈਗਾ ਅਸੀਂ ਉਹਦੀ ਮਾਰਕੀਟਿੰਗ ਕਰ ਪਾਵਾਂਗੇ, ਉਹਦੀ ਸੈਲਿੰਗ ਕਰ ਪਾਵਾਂਗੇ, ਤੇ ਆਪਣੇ ਉਤਪਾਦਾਂ ਨੂੰ ਆਪਾਂ ਕਿਸੇ ਵੀ ਦੂਸਰੇ ਨੂੰ ਵੇਚ ਪਾਵਾਂਗੇ। ਪਰ ਇਹ ਹੋਊਗਾ ਕਿਸ ਤਰ੍ਹਾਂ? ਇਹਦੇ ਵਿੱਚ ਮਦਦ ਕੌਣ ਕਰ ਰਿਹਾ ਹੋਊਗਾ? ਇੰਟਰਨੈਟ। ਤੇ ਇੰਟਰਨੈਟ ਹੈ ਕੀ ਆ? ਉਹ ਕੰਪਿਊਟਰਸ ਦਾ ਨੈਟਵਰਕ ਹੈਗਾ ਆ ਜਿਹੜਾ ਆਪਸ ਵਿੱਚ ਸੰਚਾਰ ਕਰਦੇ ਨੇ, ਜਾਣਕਾਰੀ ਦਾ ਆਦਾਨ ਪ੍ਰਦਾਨ ਕਰਦੇ ਨੇ, ਆਪਸ ਵਿੱਚ ਜੁੜੇ ਹੋਏ ਨੇ, ਤੇ ਉਹਨਾਂ ਨੂੰ ਜੋੜ ਰਿਹਾ ਹੈਗਾ ਆ ਇੰਟਰਨੈਟ। ਹੁਣ ਇੰਟਰਨੈਟ ਬਾਰੇ ਆਪਾਂ ਇੱਕ ਬੇਸਿਕ ਸਮਝ ਲਿਆ, ਪਰ ਜਦੋਂ ਵੀ ਆਪਾਂ ਕਿਸੇ ਸੰਸਥਾ ਵਿੱਚ ਕੰਮ ਕਰਾਂਗੇ ਜਾਂ ਆਪਣਾ ਬਿਜ਼ਨਸ ਇਸਟੈਬਲਿਸ਼ ਕਰਾਂਗੇ, ਤੇ ਪਿਆਰੇ ਬੱਚੋ ਸਭ ਤੋਂ ਪਹਿਲਾਂ ਕੋਸ਼ਿਸ਼ ਕਰਨੀ ਹੈ ਸਮਝਣ ਦੀ
ਕਿ ਸਾਡੀਆਂ ਕੁਝ ਰਿਕੁਆਇਰਮੈਂਟ ਹੋਣਗੀਆਂ। ਜਦੋਂ ਅਸੀਂ ਘਰ ਵਿੱਚ ਵੀ ਇੰਟਰਨੈਟ ਲਗਾਉਂਦੇ ਹਾਂ, ਜਦੋਂ ਅਸੀਂ ਆਪਣੇ ਮੋਬਾਈਲ ਤੇ ਇੰਟਰਨੈਟ ਲੈਂਦੇ ਹਾਂ, ਤੇ ਤੁਸੀਂ ਵੇਖਿਆ ਹੋਗਾ ਕੁਝ ਬੇਸਿਕ ਚੀਜ਼ਾਂ ਹੁੰਦੀਆਂ ਨੇ ਜਦੋਂ ਇੰਟਰਨੈਟ ਚੱਲ ਪਾ ਰਿਹਾ ਹੁੰਦਾ ਆ, ਉਹ ਤੁਹਾਡੀ ਡਿਵਾਈਸ ਤੱਕ ਪਹੁੰਚ ਪਾ ਰਿਹਾ ਹੁੰਦਾ ਆ, ਜਿਹਦੇ ਕਰਕੇ ਜਾਣਕਾਰੀ ਦਾ ਆਦਾਨ ਪ੍ਰਦਾਨ ਹੋ ਰਿਹਾ ਹੁੰਦਾ ਆ। ਉਹ ਹੁਣ ਆਪਾਂ ਸਮਝਣ ਦੀ ਕੋਸ਼ਿਸ਼ ਕਰਨਾ ਹੈਗਾ ਆ ਕਿ ਉਹ ਬੇਸਿਕ ਕੰਪੋਨੈਂਟ ਕੀ ਨੇ, ਕਿਉਂਕਿ ਜਦੋਂ ਤੁਸੀਂ ਆਪਣਾ ਬਿਜ਼ਨਸ ਐਸਟੈਬਲਿਸ਼ ਕਰੋਗੇ ਜਾਂ ਕਿਸੇ ਕੰਪਨੀ 'ਚ ਕੰਮ ਕਰ ਰਹੇ ਹੋਗੇ ਜਿਹੜੇ ਕਿ ਈ ਬਿਜ਼ਨਸ ਨਾਲ ਰਿਲੇਟਡ ਹੋਗੀ, ਕਿਉਂਕਿ ਅੱਜ ਕੱਲ੍ਹ ਤਾਂ ਵੇਖੋ ਜਿੰਨੇ ਬਿਜ਼ਨਸ ਹੈਗੇ ਨੇ ਨਾ, ਕਿ ਮੰਨ ਕੇ ਚੱਲੋ ਕਿ ਸਾਰੇ ਹੀ ਇੰਟਰਨੈਟ ਨਾਲ ਜੁੜੇ ਹੋਏ, ਚਾਹੇ ਉਹ ਆਪਣਾ ਕੋਈ ਵੀ ਗੁड्स ਜਾਂ ਸਰਵਿਸ ਵੇਚਣਾ ਚਾਹੁੰਦੇ ਨੇ, ਮਾਰਕੀਟ ਕਰਨਾ ਚਾਹੁੰਦੇ ਨੇ, ਤਾਂ ਕਰ ਕਿਹਦੀ ਮਦਦ ਰਹਿਣਗੇ? ਇੰਟਰਨੈਟ ਨਾਲ। ਅਗਰ ਇੰਟਰਨੈਟ ਹੈ ਆ ਤੇ ਤੁਹਾਨੂੰ ਉਹਦੀ ਕੁਝ ਬੇਸਿਕ ਚੀਜ਼ਾਂ ਸਮਝ ਆਉਣੀ ਚਾਹੀਦੀਆਂ ਕਿ ਉਸ ਨੂੰ ਆਪਾਂ ਪੂਰਾ ਕਰਨ ਲਈ ਕੀ ਕਰਾਂਗੇ। ਉਹਦੇ ਲਈ ਮੰਨ ਕੇ ਚੱਲੋ ਕਿ ਆਈਐਸਪੀ ਇਹ ਕੋਈ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੋਏਗਾ, ਤਾਂ ਹੀ ਤੇ ਫਿਰ ਇੰਟਰਨੈਟ ਆਏਗਾ ਨਾ। ਫਿਰ ਜਿਹੜੇ ਮੋਬਾਈਲ ਤੇ ਜਾਂ ਜਿਹੜੇ ਕੰਪਿਊਟਰ ਤੇ ਆਪਾਂ ਚਲਾ ਰਹੇ ਹੈਗੇ ਆ, ਜਾਂ ਪੂਰਾ ਦਾ ਪੂਰਾ ਇੱਕ ਨੈਟਵਰਕ ਕੰਪਿਊਟਰ ਦਾ ਚਲਾ ਰਹੇ ਹੈਗੇ, ਉਹਦੇ ਵਿੱਚ ਵੀ ਇੱਕ NIC ਯਾਨੀ ਕਿ ਨੈਟਵਰਕ ਇੰਟਰਫੇਰੈਂਸ ਕਾਰਡ ਹੋਏਗਾ। ਹੁਣ ਹੁੰਦਾ ਕੀ ਹੈ ਕਿ ਨਾਰਮਲੀ ਜਦੋਂ ਅਸੀਂ ਮੋਬਾਈਲ ਜਾਂ ਆਪਣਾ ਲੈਪਟਾਪ ਕੰਪਿਊਟਰ ਚਲਾਉਂਦੇ ਹਾਂ ਨਾ, ਸਾਨੂੰ ਇਹ ਕਾਰਡ ਦੀ ਸਮਝ ਨਹੀਂ ਹੁੰਦੀ। ਸਾਨੂੰ ਲੱਗਦਾ ਹੈਗਾ ਆ ਕਿ ਅਸੀਂ ਤਾਂ ਕੋਈ ਕਾਰਡ ਨਹੀਂ ਲਗਾ ਰਹੇ, ਅਸੀਂ ਤਾਂ ਸਿੰਪਲ ਮੋਬਾਈਲ ਯੂਜ਼ ਕਰ ਰਹੇ, ਇੰਟਰਨੈਟ ਚੱਲ ਰਿਹਾ ਹੈਗਾ, ਅਸੀਂ ਆਪਣਾ ਲੈਪਟਾਪ ਯੂਜ਼ ਕਰ ਰਹੇ, ਇੰਟਰਨੈਟ ਚੱਲ ਰਿਹਾ ਹੈਗਾ। ਮਗਰ ਅਸੀਂ ਭੁੱਲ ਜਾਂਦੇ ਹਾਂ ਕਿ ਉਹਦੇ ਅੰਦਰ ਇੱਕ ਸਪੈਸੀਫਿਕ ਕਾਰਡ ਲੱਗਾ ਹੈ ਜਿਹੜਾ ਕਿ ਇੰਟਰਨੈਟ ਚਲਾਉਣ ਵਿੱਚ ਮਦਦ ਕਰ ਰਿਹਾ ਹੈਗਾ ਆ, ਤੇ ਉਹ ਵੀ ਸਾਨੂੰ ਚਾਹੀਦਾ ਹੈਗਾ। ਇੱਕ ਨੈਟਵਰਕ ਕਨੈਕਸ਼ਨ ਵੀ ਚਾਹੀਦਾ ਹੋਏਗਾ, ਇੰਟਰਨੈਟ ਕਨੈਕਸ਼ਨ ਚਾਹੀਦਾ ਹੋਏਗਾ, ਤੇ ਫਿਰ ਕੁਝ ਸੌਫਟਵੇਅਰ ਚਾਹੀਦੇ ਹੋਣਗੇ, ਚਾਹੇ ਵੈਬ ਬਰਾਊਜ਼ਰ ਦੇ ਰੂਪ ਵਿੱਚ ਜਾਂ ਹੋਰ ਜਿਹੜਾ ਵੀ ਆਪਾਂ ਬਿਜ਼ਨਸ ਕਰ ਰਹੇ, ਕਿਉਂਕਿ ਜਦੋਂ ਆਪਾਂ ਬਿਜ਼ਨਸ ਕਰ ਰਹੇ ਹੋਵਾਂਗੇ ਤੇ ਉਸ ਕੰਪਨੀ ਦਾ ਕੋਈ ਨਾ ਕੋਈ ਸੌਫਟਵੇਅਰ ਹੋਏਗਾ ਜਿਹਦੀ ਮਦਦ ਨਾਲ ਅਸੀਂ ਦੂਸਰੇ ਲੋਕਾਂ ਦੇ ਨਾਲ ਕਨੈਕਟ ਕਰ ਰਹੇ ਹੋਵਾਂਗੇ। ਉਹ ਸੌਫਟਵੇਅਰ, ਇੰਟਰਨੈਟ ਕਨੈਕਸ਼ਨ, NIC, ISP ਇੱਕ ਬੇਸਿਕ ਚੀਜ਼ਾਂ ਹੈਗੀਆਂ ਨੇ ਜਿਹਦੀ ਮਦਦ ਨਾਲ ਇੰਟਰਨੈਟ ਚੱਲ ਰਿਹਾ ਹੋਏਗਾ। ਜਦੋਂ ਤੁਸੀਂ ਮਾਰਕੀਟ ਵਿੱਚ ਜਾਓਗੇ, ਮੈਨੇਜਰ ਲੱਗੋਗੇ, ਕੋਈ ਬਿਜ਼ਨਸ ਨੂੰ ਚਲਾ ਰਹੇ ਹੋਗੇ, ਤੇ ਤੁਹਾਨੂੰ ਇੱਕ ਬੇਸਿਕ ਸਮਝ ਆਉਣੀ ਚਾਹੀਦੀ ਹੈ ਕਿ ਕਿਉਂਕਿ ਪਿਆਰੇ ਬੱਚੇ ਸਮਝਣ ਦੀ ਕੋਸ਼ਿਸ਼ ਕਰੋ, ਜਦੋਂ ਅਸੀਂ ਘਰਾਂ ਵਿੱਚ ਜਾਂ ਆਪਣੇ ਮੋਬਾਈਲ ਤੇ ਇੰਟਰਨੈਟ ਲੈਂਦੇ ਆ, ਉਹਦਾ ਕਮਰਸ਼ੀਅਲ ਯੂਜ਼ ਨਹੀਂ ਹੈਗਾ, ਉਹਦੀਆਂ ਕੰਡੀਸ਼ਨਸ ਅਲੱਗ ਪ੍ਰਕਾਰ ਦੀਆਂ ਹੁੰਦੀਆਂ ਨੇ। ਮਗਰ ਜਦੋਂ ਆਪਾਂ ਇੱਕ ਬਿਜ਼ਨਸ ਵਾਸਤੇ ਇੰਟਰਨੈਟ ਨੂੰ ਯੂਜ਼ ਕਰਾਂਗੇ ਤੇ ਉਹਦੀਆਂ ਕੰਡੀਸ਼ਨਸ ਕੁਝ ਅਲੱਗ ਪ੍ਰਕਾਰ ਦੀਆਂ ਹੁੰਦੀਆਂ ਨੇ। ਇਸ ਕਰਕੇ ਸਾਨੂੰ ਇਸ ਬੇਸਿਕ ਸਮਝ ਦੀ ਜ਼ਰੂਰਤ ਹੈਗੀ ਆ ਕਿ ਉਹ ISP ਕੌਣ ਹੈਗਾ ਆ, ਕਿੰਨਾ ਆਪਾਂ ਕੰਟੈਕਟ ਕਰਨਾ ਆ, ਸਾਨੂੰ ਕਿਸ ਤਰ੍ਹਾਂ ਦਾ ਪਾਵਰਫੁਲ ਕਾਰਡ ਚਾਹੀਦਾ ਹੈਗਾ ਆ ਜਿਹੜਾ ਕਿ ਪੂਰੇ ਨੈਟਵਰਕ ਨੂੰ ਚਲਾ ਸਕੇ। ਕਿਉਂਕਿ ਹੋ ਸਕਦਾ ਆ ਜਿਸ ਸੰਸਥਾ ਤੁਸੀਂ ਕੰਮ ਕਰ ਰਹੇ ਹੋ ਉਹ 'ਚ ਕੋਈ 2 4 10 ਕੰਪਿਊਟਰ ਨਾ ਹੋਣ, ਹਜ਼ਾਰਾਂ ਦੀ ਗਿਣਤੀ 'ਚ ਕੰਪਿਊਟਰ ਲੱਗੇ ਹੋਣ। ਤੇ ਬੈਂਕਸ ਵਿੱਚ ਜਾ ਕੇ ਵਹਿੰਦੇ ਜੇ ਨਾ ਹੁਣ ਕਿ ਬੈਂਕਾਂ 'ਚ ਕਿੰਨੇ ਕੰਪਿਊਟਰ ਲੱਗੇ ਹੋਏ ਨੇ, ਕਈ ਵਾਰ ਆਪਾਂ ਵੇਖਦੇ ਹਾਂ ਬਹੁਤ ਵੱਡੀ ਕੋਈ ਬ੍ਰਾਂਚ ਹੁੰਦੀ ਆ ਤੇ ਸੈਂਕੜੇ ਕੰਪਿਊਟਰ ਲੱਗੇ ਹੁੰਦੇ ਨੇ। ਹੁਣ ਉਹਨਾਂ ਨੂੰ ਜਿਹੜਾ ਇੰਟਰਨੈਟ ਚਲਾ ਰਿਹਾ ਹੈਗਾ ਆ, ਇੱਕ ਸਪੈਸ਼ਲ ਕਾਰਡ ਦੀ ਜ਼ਰੂਰਤ ਹੋਏਗੀ ਨਾ ਜਿਹੜੇ ਸਾਰੇ ਨੈਟਵਰਕ ਨੂੰ ਚਲਾ ਰਿਹਾ ਹੋਏਗਾ। ਇੰਟਰਨੈਟ ਕਨੈਕਸ਼ਨ ਦੀ ਲੋੜ ਹੋਏਗੀ, ਕੋਈ ਸੌਫਟਵੇਅਰ ਵੀ ਹੋ ਸਕਦਾ ਆ ਜਿਹਦੀ ਮਦਦ ਨਾਲ ਉਹ ਸਾਰੇ ਆਪਸ ਵਿੱਚ ਜੁੜੇ ਹੋਣਗੇ, ਉਹਨਾਂ ਦਾ ਆਪਸੀ ਇੱਕ ਨੈਟਵਰਕ ਬਣਿਆ ਹੋਏਗਾ, ਤੇ ਉਸ ਨੈਟਵਰਕ ਤੋਂ ਬਾਅਦ ਜਿਹੜੀ ਜਾਣਕਾਰੀ ਪੈਦਾ ਹੁੰਦੀ ਹੋਏਗੀ ਉਹ ਆਪਾਂ ਸ਼ੇਅਰ ਕਰਦੇ ਹੋਵਾਂਗੇ। ਤੇ ਇਸ ਚੀਜ਼ ਨੂੰ ਸਮਝਣ ਲਈ ਸਾਨੂੰ ਇੱਕ ਬੇਸਿਕ ਪਤਾ ਹੋਣਾ ਚਾਹੀਦਾ ਕਿ ਜਿਹੜਾ ਇੰਟਰਨੈਟ ਹੈਗਾ ਆ ਉਹਦੇ ਲਈ ਕਿਹੜੀਆਂ ਬੇਸਿਕ ਚੀਜ਼ਾਂ ਸਾਨੂੰ ਲੋੜੀਂਦਾ ਹੋਣਗੀਆਂ। ਇਹ ਬੱਚੇ ਕਲੀਅਰ ਹੋ ਗਿਆ, ਕਿਉਂਕਿ ਜਦੋਂ ਆਪਾਂ ਕਿਸੇ ਸੰਸਥਾ ਜਾਵਾਂਗੇ ਸਾਨੂੰ ਪਤਾ ਹੋਵੇ ਕਿ ਵੀ ਇੱਥੇ ਸੌਫਟਵੇਅਰ ਕਿਹੜਾ ਚੱਲਦਾ ਹੈਗਾ, ਕੌਣ ਇਹਨੂੰ ਇੰਟਰਨੈਟ ਪ੍ਰੋਵਾਈਡ ਕਰਦਾ ਹੈਗਾ, ਇਹਦਾ ਕਾਰਡ ਕਿਹੜਾ ਹੈਗਾ, ਨੈਟਵਰਕਿੰਗ ਕਿਸ ਤਰ੍ਹਾਂ ਹੋਈ ਹੋਈ ਆ। ਹੁਣ ਆਪਾਂ ਇੰਟਰਨੈਟ ਕੰਪੋਨੈਂਟ ਦੀ ਗੱਲ ਕਰੀਏ। ਹੁਣ ਆਪਾਂ ਇਹਨਾਂ ਤਾਂ ਸਮਝ ਲਿਆ ਨਾ ਕਿ ਇੰਟਰਨੈਟ ਹੈ ਕੀ ਹੈ, ਇਜ਼ ਅ ਵਾਸਟ ਨੈਟਵਰਕ ਆਫ ਇੰਟਰਕਨੈਕਟਡ ਕੰਪਿਊਟਰ ਸਿਸਟਮ। ਇਹ ਬਾਰ-ਬਾਰ ਬੱਚੇ ਡੈਫੀਨੇਸ਼ਨ ਆਏਗੀ, ਇਹਨੂੰ ਸਮਝਣ ਦੀ ਤੇ ਯਾਦ ਕਰਨ ਦੀ ਤੇ ਆਪਣੇ ਜ਼ਿਹਨ ਵਿੱਚ ਬਿਠਾਓ ਕਿ ਇਹ ਕੀ ਹੈਗਾ ਆ। ਇੱਕ ਵਾਸਟ ਨੈਟਵਰਕ ਹੈਗਾ ਜਿਹੜਾ ਆਪਸੀ ਕੰਪਿਊਟਰਾਂ ਦਾ ਸਿਸਟਮ ਨੂੰ ਜਿਹਨੇ ਜੋੜਿਆ ਆ। ਸਰਵਰ ਹੋ ਸਕਦੇ ਨੇ ਜਿਹੜੇ ਗਲੋਬਲੀ ਕਨੈਕਟਡ ਹੈਗੇ ਨੇ। ਇੰਟਰਨੈਟ ਕੈਨ ਬੀ ਡਿਵਾਈਡਡ ਇਨਟੂ ਸਰਵਰ ਕੰਪੋਨੈਂਟ, ਇਹਦੇ 'ਚ ਨਾ ਬਹੁਤ ਸਾਰੇ ਕੰਪੋਨੈਂਟ ਹੋ ਸਕਦੇ ਹੈਗੇ ਆ ਜਿਹਦੀ ਮਦਦ ਨਾਲ ਉਹ ਚੱਲ ਰਿਹਾ ਹੁੰਦਾ। ਇਹ 'ਚ ਕਲਾਇੰਟ ਡਿਵਾਈਸਸ ਹੋ ਸਕਦੀਆਂ ਨੇ, ਸਰਵਰਸ ਹੋ ਸਕਦੇ ਨੇ, ਰਾਊਟਰ ਹੋਏਗਾ, ਮੋਡਮਸ ਹੋਣਗੇ। ਹੁਣੇ ਆਪਾਂ ISP ਦੀ ਗੱਲ ਕੀਤੀ, ਇੰਟਰਨੈਟ ਬੈਕਬੋਨ, ਵੈਬ ਬਰਾਊਜ਼ਰ, ਇਹ ਸਾਰੀਆਂ ਚੀਜ਼ਾਂ ਕੰਪੋਨੈਂਟ ਨੇ ਜਿਹੜੇ ਕਿ ਉਸ ਨੂੰ ਚਲਾਉਣ ਵਿੱਚ ਮਦਦ ਕਰ ਰਹੇ ਹੋਣਗੇ, ਉਹਦੇ ਹਿੱਸੇ ਹੋਣਗੇ। ਇਹਨਾਂ ਦੀ ਅਗਰ ਮਿਸਿੰਗ ਹੋਏਗਾ ਕੋਈ ਚੀਜ਼ ਤੇ ਸਾਡਾ ਇੰਟਰਨੈਟ ਨਹੀਂ ਚੱਲ ਰਿਹਾ ਹੋਊਗਾ। ਜਦੋਂ ਤੁਸੀਂ ਐਜ਼ ਅ ਮੈਨੇਜਰ ਕੰਮ ਕਰ ਰਹੇ ਹੋਗੇ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਭਈ ਕਲਾਇੰਟ ਡਿਵਾਈਸਸ ਓਕੇ ਨੇ, ਸਰਵਰ ਸਾਡਾ ਸਹੀ ਚੱਲ ਰਿਹਾ ਹੈਗਾ। ਕਦੀ ਆਪਾਂ ਜਾਂਦੇ ਹਾਂ ਨਾ ਬੈਂਕਸ ਵਿੱਚ ਤੇ ਆਪਾਂ ਪੁੱਛਦੇ ਹਾਂ ਕਿ ਕੀ ਪ੍ਰੋਬਲਮ ਆ ਰਹੀ ਹੈਗੀ ਆ, ਤੇ ਤੁਹਾਨੂੰ ਕੀ ਜਵਾਬ ਦਿੰਦੇ ਹੁੰਦੇ ਆ ਕਿ ਸਾਡਾ ਸਰਵਰ ਡਾਊਨ ਹੈਗਾ ਆ। ਇਹਦਾ ਮਤਲਬ ਕੁਛ ਹੈ ਨਾ ਸਰਵਰ ਜਿੱਥੇ ਸਾਡੀ ਉਹ ਨੈਟਵਰਕਿੰਗ ਫੇਲ ਹੋ ਰਹੀ ਹੈਗੀ ਆ ਕਿ ਉੱਥੋਂ ਸਾਨੂੰ ਜਵਾਬ ਨਹੀਂ ਮਿਲ ਰਿਹਾ ਹੈਗਾ, ਨੈਟ ਸਾਨੂੰ ਕਨੈਕਟੀਵਿਟੀ ਨਹੀਂ ਦੇ ਰਿਹਾ ਹੈਗਾ, ਤੇ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਸਿਸਟਮ ਹੈਗਾ, ਉਹਦਾ ਜਿਹੜਾ ਸਰਵਰ ਹੈ ਉਹ ਨਹੀਂ ਚੱਲ ਰਿਹਾ ਹੈਗਾ।
ਰਾਊਟਰ ਮੋਡਮ ਸਾਨੂੰ ਸਮਝ ਹੈਗੀ ਇਹਨਾਂ ਨੂੰ ਆਪਾਂ ਹੋਰ ਡਿਟੇਲਸ ਵਿੱਚ ਵੀ ਪੜ੍ਹਦੇ ਹੈਗਾਂਗੇ ਕਿ ਇਹ ਕਿਸ ਤਰ੍ਹਾਂ ਜਿਹੜਾ ਐਨਾਲੌਗ ਨੂੰ ਡਿਜੀਟਲ ਵਿੱਚ ਕਨਵਰਟ ਕਰ ਰਿਹਾ, ਕਿਸ ਤਰ੍ਹਾਂ ਇੱਕ ਮੋਡਮ ਦੇ ਨਾਲ ਬਹੁਤ ਸਾਰੇ ਕੰਪਿਊਟਰ ਜੁੜੇ ਜਾ ਸਕਦੇ ਹੈਗੇ ਨੇ। ਹੁਣੇ ਆਪਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਦੀ ਵੀ ਗੱਲ ਕੀਤੀ, ਨੈਟਵਰਕ ਕਾਰਡ ਦੀ ਵੀ ਗੱਲ ਕੀਤੀ, ਵੈਬ ਬਰਾਊਜ਼ਰ ਬਾਰੇ ਦੇ ਵਿੱਚ ਸਾਰਿਆਂ ਨੂੰ ਪਤਾ ਹੋਏਗਾ ਮੈਨੂੰ ਲੱਗਦਾ ਆ ਕਿ ਸਾਰੇ ਬੱਚੇ ਕਾਫੀ ਹੱਦ ਤੱਕ ਯੂਜ਼ ਕਰਦੇ ਨੇ। ਮੈਂ ਕਈ ਵਾਰ ਐਗਜ਼ਾਮਪਲ ਵੀ ਪੁੱਛਦਾ ਹੁੰਦਾ ਕਿ ਪਿਆਰੇ ਬੱਚੋ ਕੁਝ ਐਗਜ਼ਾਮਪਲ ਦੱਸੋ ਤਾਂ ਕਿ ਉਹਨਾਂ ਨੂੰ ਸਮਝ ਆਵੇ। ਜਿਸ ਤਰ੍ਹਾਂ ਆਪਾਂ ਗੂਗਲ ਦੀ ਗੱਲ ਕਰੀਏ ਤਾਂ ਕੀ ਹੈਗਾ ਆ, ਗੂਗਲ ਕ੍ਰੋਮ ਚੱਲਦਾ ਹੈਗਾ ਆ। ਫਿਰ ਆਪਾਂ ਹੋਰ ਕਿਹਦੀ ਗੱਲ ਕਰ ਸਕਦੇ, ਇੰਟਰਨੈਟ ਐਕਸਪਲੋਰਰ ਦੀ ਗੱਲ ਕਰ ਸਕਦੇ ਹੈਗੇ ਆ, ਓਪੇਰਾ ਦੀ ਗੱਲ ਕਰ ਸਕਦੇ ਹੈਗੇ ਆ, ਫਾਇਰਫੌਕਸ ਦੀ ਗੱਲ ਕਰ ਸਕਦੇ ਹੈਗੇ। ਇਹ ਸਾਰੇ ਕੀ ਨੇ, ਬਰਾਊਜ਼ਰ ਹੈਗੇ ਨੇ। ਇਹਦੀ ਮਦਦ ਨਾਲ ਆਪਾਂ ਇੰਟਰਨੈਟ ਨੂੰ ਐਕਸੈਸ ਕਰਦੇ ਆ ਨਾ। ਜ਼ਿਆਦਾਤਰ ਲੋਕੀ ਕੀ ਕਰਦੇ ਹੈਗੇ ਨੇ, ਇਹ ਜਿਹੜਾ ਇੰਟਰਨੈਟ ਨੂੰ ਐਕਸੈਸ ਕਰ ਰਹੇ ਹੋ ਕਿਹਦੀ ਮਦਦ ਨਾਲ ਕਰ ਰਹੇ ਹੁੰਦੇ ਨੇ, ਵੈਬ ਬਰਾਊਜ਼ਰ ਦੀ ਮਦਦ ਨਾਲ ਕਰ ਰਹੇ ਹੁੰਦੇ ਨੇ। ਤੇ ਇਹ ਬਹੁਤ ਸਾਰੀ ਸੰਸਥਾ ਵਿੱਚ ਹਜੇ ਵੀ ਵੈਬ ਬਰਾਊਜ਼ਰ ਹੀ ਚੱਲ ਰਿਹਾ ਹੁੰਦਾ ਆ। ਪਰ ਤੁਹਾਨੂੰ ਸਮਝ ਹੋਣੀ ਚਾਹੀਦੀ ਕਿ ਸਾਡੀ ਕੰਪਨੀ ਕਿਹੜੀ ਯੂਜ਼ ਕਰੇਗੀ, ਜਾਂ ਤੁਸੀਂ ਜਿਸ ਬਿਜ਼ਨਸ ਨੂੰ ਇਸਟੈਬਲਿਸ਼ ਕੀਤਾ ਹੈਗਾ ਉਹਦੇ ਵਿੱਚ ਤੁਸੀਂ ਕਿਹੜਾ ਸੌਫਟਵੇਅਰ ਯੂਜ਼ ਕਰੋਗੇ ਜਿਹਦੇ ਨਾਲ ਤੁਸੀਂ ਬਾਕੀ ਲੋਕਾਂ ਨਾਲ ਕਨੈਕਟੀਵਿਟੀ ਸਥਾਪਿਤ ਕਰ ਪਾਓਗੇ। ਤੇ ਇੱਕ ਬੇਸਿਕ ਚੀਜ਼ ਹੈਗੀ ਹੈ ਜਿਹਦੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈਗੀ ਆ। ਹੁਣ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹੈਗੇ ਆ, ਤੁਸੀਂ ਆਪਾਂ ਇਸ ਸਰਵਰ ਕੀ ਹੈਗਾ ਆ, ਹਬ ਤੁਸੀਂ ਵੇਖਿਆ ਹੋਣਾ ਨਾ ਬਹੁਤ ਸਾਰੇ, ਤੇ ਤੁਸੀਂ ਆਪਣੀ ਲੈਬਸ ਵਿੱਚ ਵੀ ਵੇਖਿਆ ਹੋਣਾ ਕਿ ਤੁਸੀਂ ਵੇਖਿਆ ਹੋਣਾ ਇੱਕ ਵਾਇਰ ਜਿਹੜੀ ਲੈਂਡ ਵਾਇਰ ਹੈਗੀ ਹੈ ਕੰਪਿਊਟਰ ਤੋਂ ਚੱਲਦੀ ਹੈਗੀ ਆ, ਉਹ ਹਬ ਤੱਕ ਪਹੁੰਚਦੀ ਹੈਗੀ ਆ। ਉਸ ਹਬ ਤੇ ਫਿਰ ਆਪਾਂ ਉਹਨੂੰ ਮੋਡਮ ਦੇ ਨਾਲ ਜੋੜਿਆ ਹੁੰਦਾ ਆ ਤੇ ਫਿਰ ਉਹ ਇੰਟਰਨੈਟ ਚੱਲ ਰਿਹਾ ਹੁੰਦਾ। ਰਾਊਟਰ ਤੁਸੀਂ ਵੇਖਿਆ ਹੋਵੇਗਾ, ਮੋਡਮ ਤੁਸੀਂ ਵੇਖਿਆ ਹੋਗਾ, NIC ਵੀ ਅਸੀਂ ਬੱਚਿਆਂ ਨੂੰ ਕਈ ਵਾਰ ਕੱਢ ਕੇ ਦਿਖਾਉਂਦੇ ਹੈਗੇ ਆ, ਕਿਉਂਕਿ ਜਿਹੜੇ ਸਾਡੇ ਕੋਲ ਡੈਸਕਟਾਪ ਹੁੰਦੇ ਸੀ ਨਾ ਉਹਦੇ ਵਿੱਚ ਅਕਸਰ ਇਹ ਲੱਗੇ ਹੁੰਦੇ ਸੀ। ਤੇ ਹੁਣ ਅਸੀਂ ਸਮਝਿਆ ਕਿ ਇਹ ਸਾਰੇ ਜਿਹੜੇ ਕੰਪੋਨੈਂਟ ਨੇ, ਕਿਉਂਕਿ ਐਜ਼ ਅ ਹਾਰਡਵੇਅਰ ਦੀ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਜਦੋਂ ਐਜ਼ ਅ ਮੈਨੇਜਰ ਤੁਸੀਂ ਕੰਮ ਕਰ ਰਹੇ ਹੋ ਤੇ ਅਗਰ ਇਹਨਾਂ 'ਚ ਕੋਈ ਫਾਲਟ ਆ ਰਿਹਾ, ਇੱਕ ਬੇਸਿਕ ਜਾਣਕਾਰੀ ਤੁਹਾਨੂੰ ਇਹਨਾਂ ਦੀ ਹੋਣੀ ਚਾਹੀਦੀ ਹੈ ਕਿ ਤੁਸੀਂ ਇਹਨਾਂ ਨੂੰ ਰਿਪੇਅਰ ਕਿਸ ਤਰ੍ਹਾਂ ਕਰ ਸਕਦੇ ਜਾਂ ਖਰਾਬੀ ਕਿੱਥੇ ਆ ਰਹੀ ਹੈ। ਕਿਉਂਕਿ ਕਈ ਵਾਰ ਇੰਟਰਨੈਟ ਆ ਰਿਹਾ ਹੁੰਦਾ, ਇੰਟਰਨੈਟ ਚੱਲ ਰਿਹਾ ਹੈਗਾ ਆ, ਮਗਰ ਕੋਈ ਇੱਕ ਕੰਪੋਨੈਂਟ ਅਗਰ ਖਰਾਬ ਹੈਗਾ ਆ, ਉਹਦੀ ਕਰਕੇ ਪੂਰਾ ਦਾ ਪੂਰਾ ਇੰਟਰਨੈਟ ਤੁਹਾਡਾ ਸੰਸਥਾ ਵਿੱਚ ਰੁਕ ਜਾਏਗਾ, ਤੁਹਾਡੀ ਫਰਮ 'ਚ ਨਹੀਂ ਆ ਰਿਹਾ ਹੋਗਾ। ਤਾਂ ਤੁਹਾਨੂੰ ਉਹਦੀ ਸਮਝ ਹੋਣੀ ਚਾਹੀਦੀ ਆ ਕਿ ਭਈ ਅਗਰ ਇੰਟਰਨੈਟ ਤੇ ਆ ਰਿਹਾ ਹੈਗਾ ਸੀ, ਫਿਰ ਪ੍ਰੋਬਲਮ ਕਿੱਥੇ ਆਈ, ਸਰਵਰ ਡਾਊਨ ਹੋ ਗਿਆ, ਰਾਊਟਰ 'ਚ ਕੋਈ ਪ੍ਰੋਬਲਮ ਆ ਰਹੀ ਹੈਗੀ ਆ, ਜਿਹੜੀ ਹਬ ਹੈ ਉਹ ਨਹੀਂ ਚੱਲ ਰਹੀ ਹੈਗੀ, ਕਿੱਥੇ ਪ੍ਰੋਬਲਮ ਹੈਗੀ ਆ, ਉਸ ਪ੍ਰੋਬਲਮ ਨੂੰ ਵੀ ਤੁਸੀਂ ਲੱਭਣ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਤੇ ਅਗਰ ਉਹ ਤੁਹਾਨੂੰ ਇੱਕ ਫੰਡਾਮੈਂਟਲੀ ਸਮਝ ਹੋਵੇਗੀ ਇਹਨਾਂ ਚੀਜ਼ਾਂ ਦੀ, ਕਿਉਂਕਿ ਅੱਜ ਜਿਹੜਾ ਚੈਪਟਰ ਆਪਾਂ ਪੜ੍ਹਾ ਰਹੇ ਹੈਗੇ ਆ, ਕਿਤੇ ਨਾ ਕਿਤੇ ਆਪਾਂ ਇਹ ਸਮਝ ਪੈਦਾ ਕਰ ਰਹੇ ਹੈਗੇ ਆ ਕਿ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਹੋਵੇ ਤਾਂ ਕਿ ਤੁਸੀਂ ਆਸਾਨੀ ਦੇ ਨਾਲ ਇਹਨਾਂ ਨੂੰ ਪੂਰਾ ਕਰ ਪਾਓ। ਹੁਣ ਪਿਆਰੇ ਬੱਚਿਓ, ਹਰ ਚੀਜ਼ ਦੇ ਕੁਝ ਯੂਜ਼ ਹੁੰਦੇ ਨੇ, ਐਡਵਾਂਟੇਜ ਹੁੰਦੇ ਨੇ, ਇੰਟਰਨੈਟ ਦੇ ਵੀ ਹੈਗੇ ਨੇ। ਉਹ ਸਾਨੂੰ ਪਤਾ ਨੇ ਕਿ ਬਹੁਤ ਸਾਰੇ ਐਡਵਾਂਟੇਜ ਹੈਗੇ ਨੇ, ਤੇ ਕੁਐਸਚਨ ਦੇ ਪੁਆਇੰਟ ਆਫ View ਨਾਲ ਵੀ ਇਹਨੂੰ ਯਾਦ ਕਰਨਾ ਆ ਕਿ ਕਿਹੜੇ ਕਿਹੜੇ ਐਡਵਾਂਟੇਜ ਹੈਗੇ ਆ ਜਿਹੜੇ ਇੰਟਰਨੈਟ ਦੀ ਮਦਦ ਆਪਾਂ ਪ੍ਰਾਪਤ ਕਰ ਸਕਦੇ, ਕਿਹੜੇ ਯੂਜ਼ ਹੈਗੇ ਨੇ। ਉਹ ਯੂਜ਼ ਜਿਹੜੇ ਹੈਗੇ ਨੇ ਉਹੀ ਐਡਵਾਂਟੇਜ ਹੋਣਗੇ ਨਾ। ਉਹ ਹੈ ਕਿ ਇੰਟਰਨੈਟ ਤੁਹਾਨੂੰ ਪਤਾ ਹੈ ਗਲੋਬਲ ਨੈਟਵਰਕ ਹੈਗਾ, ਸਾਰੀਆਂ ਡਿਵਾਈਸਿਸ ਆਪਣੇ ਵਿੱਚ ਕਨੈਕਟਡ ਹੈਗੀਆਂ ਨੇ, ਕਮਿਊਨੀਕੇਟ ਕਰ ਰਹੀਆਂ ਹੈਗੀਆਂ ਨੇ, ਤੇ ਫਿਰ ਇਹਨਾਂ ਦੇ ਬਹੁਤ ਸਾਰੇ ਐਡਵਾਂਟੇਜ ਹੋਣਗੇ। ਤਾਂ ਹੀ ਤੇ ਵੇਖੋ ਦਸ਼ਕਾਂ ਤੋਂ ਹੁਣ ਚੱਲ ਰਿਹਾ ਹੈਗਾ, ਕਿੰਨੇ ਬਿਜ਼ਨਸ ਇਸ ਤੇ ਐਸਟੈਬਲਿਸ਼ ਹੋ ਗਏ ਹੈਗੇ ਨੇ। ਵੇਖੋ ਸਭ ਤੋਂ ਪਹਿਲਾਂ ਸੰਚਾਰ, ਜਾਣਕਾਰੀ, ਮਨੋਰੰਜਨ, ਈ-ਕਮਰਸ, ਨੌਕਰੀ ਸਾਨੂੰ ਜਿਹੜੀ ਹੈਗੀ ਉਹ ਤੋਂ ਪ੍ਰਾਪਤ ਹੋ ਸਕਦੀ ਹੈ, ਕੈਰੀਅਰ ਵਿੱਚ ਤਰੱਕੀ ਆਪਾਂ ਇੱਥੋਂ ਕਰ ਸਕਦੇ ਹੈਗੇ ਆ, ਸਿੱਖਿਆ ਇਤੋਂ ਆਪਾਂ ਪ੍ਰਾਪਤ ਕਰ ਸਕਦੇ ਹੈਗੇ ਆ, ਤੇ ਸਿਹਤ ਸੰਭਾਲ ਹੈਲਥ ਵਿੱਚ ਵੀ ਇਹ ਬਹੁਤ ਕੰਮ ਕਰ ਰਿਹਾ ਹੈਗਾ ਆ। ਇਹ ਸਾਰੇ ਕੰਪੋਨੈਂਟ ਜਿਹੜੇ ਹੈਗੇ ਨੇ ਐਡਵਾਂਟੇਜ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਆ। ਆਪਾਂ ਕਮਿਊਨੀਕੇਟ ਕਰਨਾ, ਸੰਚਾਰ ਕਰਨਾ ਆ, ਇੰਟਰਨੈਟ ਨਾਲ ਕਰ ਸਕਦੇ ਹਾਂ। ਕਿੰਨਾ ਆਸਾਨ ਹੈਗਾ ਆ ਕਿ ਆਪਾਂ ਇਸ ਜਗ੍ਹਾ ਤੇ ਬੈਠ ਕੇ ਦੇਸ਼ ਦੇ ਕਿਸੇ ਵੀ ਕੋਨੇ 'ਚ, ਵਿਦੇਸ਼ ਵਿੱਚ ਕਿਤੇ ਵੀ ਆਪਾਂ ਸੰਚਾਰ ਸਥਾਪਿਤ ਕਰ ਸਕਦੇ ਹੈਗੇ ਆ। ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ, ਕਿੰਨਾ ਆਸਾਨ ਹੈਗਾ। ਪਹਿਲਾਂ ਸਾਡੇ ਲਈ ਬੜਾ ਮੁਸ਼ਕਿਲ ਹੁੰਦਾ ਸੀ ਪਿਆਰੇ ਬੱਚਿਓ, ਕੋਈ ਜਾਣਕਾਰੀ ਨੂੰ ਪ੍ਰਾਪਤ ਕਰਨਾ, ਬਹੁਤ ਬੁੱਕਸ ਲੱਭਣੀਆਂ ਪੈਂਦੀਆਂ ਸੀ, ਫਿਰ ਸਾਨੂੰ ਪਤਾ ਲੱਗਦਾ ਹੁੰਦਾ ਸੀ। ਤੇ ਹੁਣ ਮਨੋਰੰਜਨ ਆਪਾਂ ਲੈਣਾ ਹੈਗਾ ਆ, ਕਿੰਨਾ ਆਸਾਨ ਹੈ, ਆਪਾਂ ਪੜ੍ਹਾਈ ਕਰ ਰਹੇ ਹਾਂ, ਸਾਨੂੰ ਲੱਗਦਾ ਕਿ ਹੁਣ ਅਸੀਂ 10 ਮਿੰਟ ਮਨੋਰੰਜਨ ਵੀ ਕਰ ਲਈਏ। ਬਹੁਤ ਸਾਰੀਆਂ ਵੈਬਸਾਈਟਸ ਹੈਗੀਆਂ ਜਿਹੜੇ ਮਨੋਰੰਜਨ ਵਾਸਤੇ ਗਾਣੇ, ਮੂਵੀਜ਼ ਤੁਹਾਨੂੰ ਦੇਣ ਨੂੰ ਤਿਆਰ ਹੋਣਗੀਆਂ। ਈ-ਕਮਰਸ ਆਪਾਂ ਵਾਰ-ਵਾਰ ਕਰਦੇ ਹੈਗੇ, ਇਹਦੇ ਉੱਤੇ ਪੂਰਾ ਚੈਪਟਰ ਵੀ ਆਪਾਂ ਪੜਾਵਾਂਗੇ ਕਿ ਸਾਡਾ ਜਿਹੜਾ ਬਿਜ਼ਨਸ ਹੈਗਾ ਆ ਉਹ ਕਮਰਸ ਨਹੀਂ ਰਹਿ ਗਿਆ, ਹੁਣ ਈ-ਕਮਰਸ ਹੋ ਗਿਆ। ਤੁਸੀਂ ਕੋਈ ਨੌਕਰੀ ਪ੍ਰਾਪਤ ਕਰਨੀ ਹੈ, ਜ਼ਰੂਰੀ ਨਹੀਂ ਕਿ ਤੁਹਾਨੂੰ ਕਿਤੇ ਜਾਣਾ ਪਵੇ, ਤੁਸੀਂ ਉਹਦੀ ਖੋਜ ਕਿੱਥੋਂ ਕਰ ਸਕਦੇ ਜੇ, ਇੰਟਰਨੈਟ ਦੀ ਮਦਦ ਨਾਲ। ਬਹੁਤ ਸਾਰੀ ਵੈਬਸਾਈਟਸ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਜਿੱਥੋਂ ਤੁਸੀਂ ਆਪਣੀ ਨੌਕਰੀ ਦੀ ਪ੍ਰਾਪਤੀ ਵਾਸਤੇ ਜਾ ਸਕਦੇ ਜੇ, ਆਪਣਾ ਰਿਜ਼ਿਊਮੇ, ਬਾਇਓਡਾਟਾ, CV ਉੱਥੇ ਅਪਲੋਡ ਕਰ ਸਕਦੇ ਹੈਗੇ ਜੇ। ਤੇ ਜਿਹੜਾ ਬੱਚਾ ਇੰਟਰਨੈਟ ਦੀ ਯੂਜ਼ ਕਰ ਰਿਹਾ ਹੋਏਗਾ ਉਹਦੇ ਕੈਰੀਅਰ ਵਿੱਚ ਵੀ ਤਰੱਕੀ ਹੋਏਗੀ, ਉਹਦਾ ਕੈਰੀਅਰ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਤਰੱਕੀਮਾਨ ਹੋਏਗਾ, ਅਗਾਂਹ ਵਧੂ ਹੋਏਗਾ, ਕਿਉਂਕਿ ਉਹਦੀ ਜਾਣਕਾਰੀ ਦਾ ਲੈਵਲ ਬਹੁਤ ਜ਼ਿਆਦਾ ਹੋਏਗਾ ਨਾ। ਇਹਦੇ ਵਾਸਤੇ ਵੀ ਤੁਸੀਂ, ਤੇ ਸਿੱਖਿਆ ਤਾਂ ਹੈ ਹੀ ਹੈ ਪਿਆਰੇ ਬੱਚੋ। ਅੱਜ ਬੜੀ ਆਸਾਨੀ ਦੇ ਨਾਲ ਆਪਾਂ ਸਿੱਖਿਆ ਪ੍ਰਾਪਤ ਕਰ ਸਕਦੇ ਹੈਗੇ ਆ, ਕੰਪਿਊਟਰ ਰਾਹੀਂ, ਇੰਟਰਨੈਟ ਰਾਹੀਂ।
ਤੇ ਸਿਹਤ ਵਾਸਤੇ ਵੀ ਇਹਦਾ ਖੇਤਰ ਬਹੁਤ ਵੱਧ ਰਿਹਾ ਹੈਗਾ। ਡਾਕਟਰਸ ਇਹਦੀ ਬਹੁਤ ਮਦਦ ਕਰ ਰਹੇ ਹੈਗੇ ਆ। ਸਾਨੂੰ ਕੋਈ ਪ੍ਰੋਬਲਮ ਹੋਵੇ, ਆਪਣੀ ਰਿਪੋਰਟ ਅਸੀਂ ਜਿਹੜੀ ਹੈ ਕਿਸੇ ਵੀ ਦੇਸ਼ੋ ਵਿਦੇਸ਼ ਡਾਕਟਰ ਨਾਲ ਸ਼ੇਅਰ ਕਰ ਸਕਦੇ ਹੋ, ਤੋਂ ਪ੍ਰਿਸਕ੍ਰਿਪਸ਼ਨ ਲੈ ਸਕਦੇ ਹੋ, ਤੋਂ ਐਡਵਾਈਸ ਲੈ ਸਕਦੇ ਹੈਗੇ। ਪਹਿਲਾਂ ਇਹ ਬੜਾ ਔਖਾ ਲੱਗਦਾ ਸੀ ਕਿ ਅਗਰ ਕੋਈ ਡਾਕਟਰ ਮੰਨ ਲਓ ਸਾਡੀ ਜਗ੍ਹਾ ਤੇ ਫਿਜ਼ੀਕਲੀ ਅਵੇਲੇਬਲ ਨਹੀਂ ਆ, ਸਾਡੇ ਸ਼ਹਿਰ ਵਿੱਚ ਨਹੀਂ ਆ, ਅਸੀਂ ਉਹ ਕੋ ਅਪਾਇੰਟਮੈਂਟ ਕਿਸ ਤਰ੍ਹਾਂ ਲਵਾਂਗੇ? ਅਸੀਂ ਆਪਣੀ ਬਿਮਾਰੀ ਜਾਂ ਆਪਣੀ ਪ੍ਰੋਬਲਮ ਕਿਸ ਤਰ੍ਹਾਂ ਉਹਦੇ ਨਾਲ ਸ਼ੇਅਰ ਕਰ ਸਕਦੇ ਆ? ਮਗਰ ਹੁਣ ਬੜਾ ਆਸਾਨ ਹੋ ਗਿਆ ਆ ਤੇ ਇਹ ਸਾਰੇ ਫਾਇਦੇ ਨੇ। ਤੇ ਤੁਸੀਂ ਪਿਆਰੇ ਬੱਚਿਓ ਨਿੱਜੀ ਜੀਵਨ ਵਿੱਚ ਵੀ ਇਹਨਾਂ ਫਾਇਦਿਆਂ ਨੂੰ, ਇਹਨਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਆ, ਨਾ ਕਿ ਉਹਦੇ ਡਿਸਐਡਵਾਂਟੇਜ ਵੱਲ ਜਾਣਾ ਹੈਗਾ ਆ। ਕੁਐਸਚਨ ਦੇ ਪੁਆਇੰਟ ਆਫ View ਨਾਲ ਆਪਾਂ ਦੋਵੇਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਪਰ ਆਪਣੇ ਮਨ 'ਚ ਬਿਠਾਉਣਾ ਹੈਗਾ ਆ ਕਿ ਹੁਣ ਇੰਟਰਨੈਟ ਨੇ ਕਿੰਨਾ ਆਸਾਨ ਕਰ ਦਿੱਤਾ ਹੈਗਾ ਸੰਚਾਰ ਨੂੰ, ਕਮਿਊਨੀਕੇਸ਼ਨ ਕਿੰਨਾ ਆਸਾਨ ਹੋ ਗਿਆ ਨਾ, ਜਾਣਕਾਰੀ ਪ੍ਰਾਪਤ ਕਰਨਾ ਕਿੰਨਾ ਆਸਾਨ ਹੋ ਗਿਆ। ਮੈਂ ਇੱਕ ਜਗ੍ਹਾ ਤੇ ਬੈਠ ਕੇ ਕਿਸੇ ਵੀ ਕਿਤਾਬ ਨੂੰ ਪੜ੍ਹ ਸਕਦਾ। ਆਨਲਾਈਨ ਆਲਮੋਸਟ ਹਰ ਕਿਤਾਬ ਅਵੇਲੇਬਲ ਹੈਗੀ ਆ। ਅਗਰ ਮੈਨੂੰ ਮਨੋਰੰਜਨ ਦੀ ਲੋੜ ਹੈਗੀ ਆ, ਮੈਨੂੰ ਲੱਗਦਾ ਆ ਕਿ ਮੈਨੂੰ ਹੁਣ 10 ਮਿੰਟ ਕੋਈ ਮੈਂ ਗਾਣਾ ਸੁਣਨਾ ਹੈਗਾ ਆ, ਕੋਈ entertainment ਚਾਹੁੰਦਾ ਆ, ਤੇ ਕਿੰਨਾ ਆਸਾਨ ਹੋ ਗਿਆ। ਮੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ, ਇੰਟਰਨੈਟ ਦੀ ਮਦਦ ਨਾਲ ਹਰ ਚੀਜ਼ ਅਵੇਲੇਬਲ ਹੈਗੀ ਆ। ਈ-ਕਮਰਸ ਮੈਂ ਤੁਹਾਨੂੰ ਬਾਰ-ਬਾਰ ਸਮਝਾ ਰਿਹਾ ਕਿ ਜਿਹੜਾ ਫੰਡਾਮੈਂਟਲ ਆਫ ਈ-ਬਿਜ਼ਨਸ ਸਾਡਾ ਪੂਰਾ ਦਾ ਪੂਰਾ ਟੌਪਿਕ ਦੇ ਰੂਪ 'ਚ, ਇੱਕ ਸਬਜੈਕਟ ਦੇ ਰੂਪ 'ਚ ਸਾਡੇ ਸਾਹਮਣੇ ਹੈਗਾ ਆ। ਉਹਦੇ ਵਿੱਚ ਅਸੀਂ ਸਾਰੀ ਜਾਣਕਾਰੀ ਇਹਦੇ ਤੋਂ ਸਥਾਪਿਤ ਕਰ ਸਕਦੇ ਹੈਗੇ। ਇੰਟਰਨੈਟ ਹੀ ਤਾਂ ਹੈਗਾ ਆ ਜਿਹੜਾ ਕਾਮਰਸ ਨੂੰ ਈ-ਕਮਰਸ ਬਣਾ ਰਿਹਾ। ਇੰਟਰਨੈਟ ਹੀ ਤਾਂ ਹੈਗਾ ਆ ਜਿਹੜਾ ਬਿਜ਼ਨਸ ਨੂੰ ਈ-ਬਿਜ਼ਨਸ ਬਣਾ ਰਿਹਾ ਹੈਗਾ ਆ। ਤੇ ਨੌਕਰੀ ਦੀ ਖੋਜ ਬੜੀ ਆਸਾਨ ਹੋ ਗਈ ਆ। ਸਿੱਖਿਆ ਵਾਸਤੇ ਬੜੇ ਰਸਤੇ ਖੁੱਲ ਗਏ ਹੈਗੇ ਆ। ਹੁਣ ਜਿਹੜੇ ਬੱਚੇ ਚਾਹੁੰਦੇ ਨੇ ਕਿ ਡਿਸਟੈਂਸ ਐਜੂਕੇਸ਼ਨ ਕਰਨਾ, ਉਹ ਪੂਰੀ ਦੀ ਪੂਰੀ ਪੜ੍ਹਾਈ ਇੱਥੋਂ ਕਰ ਸਕਦੇ। ਸਾਰੇ ਲੈਸਨ ਅਵੇਲੇਬਲ ਹੈਗੇ ਨੇ। ਬਹੁਤ ਸਾਰੀ ਯੂਨੀਵਰਸਿਟੀ ਆਨਲਾਈਨ ਤੁਹਾਨੂੰ ਪੜ੍ਹਾਉਣ ਲਈ ਤਿਆਰ ਬੈਠੀਆਂ ਹੋਈਆਂ ਨੇ। ਪਰ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਕਿਸ ਤਰ੍ਹਾਂ ਜਾ ਸਕਦੇ ਹੈਗੇ ਜੇ, ਕਿਸ ਤਰ੍ਹਾਂ ਇਹਦਾ ਇਸਤੇਮਾਲ ਕਰ ਸਕਦੇ ਹੈਗੇ ਜੇ। ਤੇ ਸਿਹਤ ਵਿੱਚ ਵੀ ਇਹਦੇ ਬਹੁਤ ਜ਼ਿਆਦਾ ਯੂਜ਼ ਹੁੰਦੇ ਹੈਗੇ ਨੇ, ਉਹ ਵੀ ਤੁਸੀਂ ਕਰ ਸਕਦੇ ਹੈਗੇ। ਹੁਣ ਪਿਆਰੇ ਬੱਚਿਓ ਆਪਾਂ ਆਵਾਂਗੇ ਡਿਸਐਡਵਾਂਟੇਜ। ਜਿਹੜੀ ਵੀ ਚੀਜ਼ ਹੁੰਦੀ ਹੈ ਨਾ, ਉਹਦੇ ਕੁਝ ਨੁਕਸਾਨ ਵੀ ਹੋ ਸਕਦੇ, ਉਹਨਾਂ ਦੇ ਕੁਝ ਡਿਸਐਡਵਾਂਟੇਜ ਵੀ ਹੋ ਸਕਦੇ ਹੈਗੇ। ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਐਡਵਾਂਟੇਜ ਹੈਗੇ ਨੇ, ਫਿਰ ਕੁਝ ਡਿਸਐਡਵਾਂਟੇਜ ਵੀ ਹੈਗੇ ਨੇ, ਉਹਨਾਂ ਬਾਰੇ ਵੀ ਆਪਾਂ ਸਮਝਣਾ ਹੈਗਾ ਆ। ਉਹਨਾਂ ਤੋਂ ਬਚਣ ਦੀ ਵੀ ਲੋੜ ਆ ਤੇ ਐਗਜ਼ਾਮੀਨੇਸ਼ਨ ਪੁਆਇੰਟ ਆਫ View ਤੋਂ ਉਹਨੂੰ ਯਾਦ ਕਰਨ ਦੀ ਵੀ ਲੋੜ ਆ। ਸਭ ਤੋਂ ਪਹਿਲਾ ਪੁਆਇੰਟ ਹੈਗਾ ਬੱਚੇ ਸਿਕਿਉਰਿਟੀ ਰਿਸਕ। ਜਦੋਂ ਵੀ ਆਪਾਂ ਕੰਪਿਊਟਰ ਅੱਗੇ ਬੈਠੇ ਹੋਏ ਆ ਤੇ ਮੰਨ ਕੇ ਚੱਲੋ ਕਿ ਸਾਡਾ ਜਿਹੜਾ ਡੇਟਾਬੇਸ ਹੈਗਾ ਉਹਨੂੰ ਕੋਈ ਹੋਰ ਵੀ ਐਕਸੈਸ ਕਰ ਸਕਦਾ। ਜਿਹੜੀ ਜਾਣਕਾਰੀ ਆਪਾਂ ਪਾਸਵਰਡ ਦੇ ਰੂਪ 'ਚ ਆਪਣੀ ਜਾਣਕਾਰੀ ਇੰਟਰਨੈਟ ਤੇ ਸ਼ੇਅਰ ਕਰ ਰਹੇ ਹੈਗੇ, ਉਹਦਾ ਮਿਸਯੂਜ਼ ਵੀ ਹੋ। ਇਸ ਕਰਕੇ ਸਿਕਿਉਰਿਟੀ ਰਿਸਕ ਵੀ ਹੈਗੇ। ਆਪਾਂ ਬੈਂਕਿੰਗ ਨੂੰ ਯੂਜ਼ ਕਰ ਰਹੇ ਹੈਗੇ ਆ, ਉਹ ਕਿਤੇ ਨਾ ਕਿਤੇ ਸਿਕਿਉਰਿਟੀ ਰਿਸਕ ਵੀ ਪਾ ਰਿਹਾ ਕਿ ਸਾਡੇ ਜਿਹੜੇ ਖਾਤੇ ਦੀ ਜਾਣਕਾਰੀ ਹੈਗੀ ਆ ਉਹ ਕਿਤੇ ਨਾ ਕਿਤੇ ਹੈਕਰਸ ਨੂੰ ਵੀ ਮਿਲ ਸਕਦੀ ਹੈਗੀ ਆ। ਇਹ ਤਾਂ ਘਬਰਾਉਣ ਦੀ ਲੋੜ ਨਹੀਂ ਆ, ਮਗਰ ਇਹਨੂੰ ਸਮਝਣ ਦੀ ਲੋੜ ਹੈਗੀ ਆ ਕਿ ਇਹ ਖਤਰੇ ਸਾਡੇ ਉੱਤੇ ਹੈਗੇ ਨੇ ਤੇ ਇਹਨਾਂ ਖਤਰਿਆਂ ਤੋਂ ਆਪਾਂ ਕਿਸ ਤਰ੍ਹਾਂ ਨਿਪਟੀਏ। ਇੱਕ ਹੋਰ ਜਿਹੜੀ ਵੱਡੀ ਸਮੱਸਿਆ ਤੇ ਖਾਸ ਕਰਕੇ ਬੱਚਿਆਂ ਦੇ ਸਾਹਮਣੇ ਆ ਜਾਂਦੀ ਆ, ਉਹ ਐਡਿਕਸ਼ਨ। ਇੰਟਰਨੈਟ ਕਿਤੇ ਨਸ਼ੇ ਦੇ ਰੂਪ 'ਚ ਨਾ ਆ ਜਾਵੇ, ਕਿਤੇ ਇਹ ਨਾ ਹੋਵੇ ਕਿ ਅਸੀਂ ਆਪਣਾ ਬਹੁਤ ਸਾਰਾ ਸਮਾਂ ਜਿਹੜਾ ਹੈਗਾ ਇਹਦੇ ਉੱਤੇ ਬਰਬਾਦ ਕਰ ਰਹੇ ਹੋਈਏ, ਕਿ ਕਿਤੇ ਇੰਨਾ ਸਮੇਂ ਇੱਥੇ ਲਗਾ ਰਹੇ ਹੋਈਏ ਕਿ ਸਾਡੀ ਪੜ੍ਹਾਈ ਪਿੱਛੇ ਹੋ ਜਾਏ, ਸਾਡਾ ਪਰਿਵਾਰ ਪਿੱਛੇ ਹੋ ਜਾਵੇ, ਸਾਡੇ ਕੰਮ ਪਿੱਛੇ ਹੋ ਜਾਣ ਤੇ ਅਸੀਂ ਐਡਿਕਸ਼ਨ 'ਚ ਪੈ ਜਾਈਏ। ਐਡਿਕਸ਼ਨ ਤੋਂ ਬਚਣਾ ਹੈਗਾ, ਨਸ਼ੇ ਤੋਂ ਬਚਣਾ ਹੈਗਾ। ਇੰਟਰਨੈਟ ਦਾ ਨਸ਼ਾ ਨਹੀਂ ਹੋਣਾ ਚਾਹੀਦਾ, ਤੁਸੀਂ ਉਹਨੂੰ ਐਜ਼ ਅ ਟੂਲ ਇਸਤੇਮਾਲ ਕਰਨਾ ਹੈਗਾ। ਸਾਈਬਰ ਬੁਲਿੰਗ ਦੀ ਵੀ ਮੁਸ਼ਕਲ ਆ ਰਹੀ ਹੈ। ਕਈ ਵਾਰ ਛੋਟੇ ਬੱਚਿਆਂ ਦੇ ਨਾਲ ਜ਼ਿਆਦਾ ਪ੍ਰੋਬਲਮ ਆਉਂਦੀ ਆ ਕਿ ਕੁਝ ਵੱਡੇ ਲੋਕ, ਕੁਝ ਵੱਡੇ ਬੱਚੇ ਉਹਨਾਂ ਨੂੰ ਜਿਸ ਤਰ੍ਹਾਂ ਹੁੰਦਾ ਨਾ ਫਿਜ਼ੀਕਲੀ ਬੁਲੀ ਕਰਦੇ ਹੈਗੇ ਸਕੂਲਾਂ ਕਾਲਜਾਂ ਵਿੱਚ, ਉਸ ਤਰ੍ਹਾਂ ਹੀ ਮੁਸ਼ਕਲ ਇੰਟਰਨੈਟ ਤੇ ਵੀ ਆ ਜਾਂਦੀ ਹੈਗੀ। ਇਸ ਕਰਕੇ ਆਪਣੀ ਜਾਣਕਾਰੀ ਸ਼ੇਅਰ ਕਰਨ ਲੱਗਿਆ ਬਹੁਤ ਹੀ ਧਿਆਨ ਦੇਣਾ ਹੈਗਾ ਆ। ਕਿਸੇ ਵੀ ਗਲਤ ਬੰਦੇ ਨੂੰ ਆਪਣੀ ਜਾਣਕਾਰੀ ਨਹੀਂ ਦੇਣੀ ਹੈਗੀ। ਫਿਰ ਦੂਸਰੀ ਫਾਲਸ ਇਨਫੋਰਮੇਸ਼ਨ ਦੀ ਪ੍ਰੋਬਲਮ ਆਉਂਦੀ ਹੈ। ਜੋ ਵੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਰਹੇ ਜੇ, ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਜੋ ਵੀ ਗੂਗਲ ਸਰਚ ਕਰਕੇ ਦੇ ਰਿਹਾ, ਕੋਈ ਸਰਚ ਇੰਜਨ ਸਰਚ ਕਰਕੇ ਦੇ ਰਿਹਾ, ਉਹ ਬਿਲਕੁਲ ਸੱਚ ਹੋਏਗਾ। ਇਸ ਚੀਜ਼ ਤੋਂ ਬਚਣਾ ਜ਼ਰੂਰੀ ਨਹੀਂ ਹੈ ਕਿ ਉਹ ਸੱਚ ਹੋਏਗਾ ਬੱਚਿਓ। ਇਸ ਚੀਜ਼ ਨੂੰ ਬਾਰ-ਬਾਰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰਨਾ, ਉਹਨੂੰ ਆਪਣੇ ਟੀਚਰਸ ਤੋਂ ਪੁੱਛਣਾ ਹੈ ਕਿ ਮੈਂ ਅਗਰ ਇੰਟਰਨੈਟ ਤੋਂ ਪੜ੍ਹਿਆ ਸੀ, ਮੈਂ ਕਿਤੇ ਸੁਣਿਆ ਸੀ, ਤੇ ਕੀ ਇਹ ਸੱਚ ਹੈਗਾ? ਕਿਉਂਕਿ ਹੋ ਸਕਦਾ ਉਹ ਫਾਲਸ ਇਨਫੋਰਮੇਸ਼ਨ ਹੋਵੇ। ਇਹਦੇ ਨਾਲ ਪ੍ਰਾਈਵੇਸੀ ਵੀ ਬਹੁਤ ਘਟ ਰਹੀ ਹੈ। ਹੁਣ ਕਿਤੇ ਨਾ ਕਿਤੇ ਸਾਡੀ ਪ੍ਰਾਈਵੇਸੀ ਤੇ ਬਹੁਤ ਵੱਡਾ ਖਤਰਾ ਜਿਹੜਾ ਹੈਗਾ ਆ ਇੰਟਰਨੈਟ ਪਾ ਰਿਹਾ ਹੈਗਾ। ਅੱਜ ਸਾਡੀਆਂ ਪਿਕਚਰਸ, ਇਮੇਜਸ, ਵੀਡੀਓਜ਼, ਸਾਡੇ ਪਾਸਵਰਡ ਸਾਰੇ ਇੰਟਰਨੈਟ ਤੇ ਹੈਗੇ ਨੇ ਤੇ ਉਹ ਕਿਤੇ ਵੀ ਕਿਸੇ ਕੋਲ ਜਾ ਸਕਦੇ ਹੈਗੇ ਨੇ। ਅੱਜ ਕੱਲ੍ਹ ਇਹ ਪ੍ਰੋਬਲਮਸ ਆਉਂਦੀਆਂ ਨੇ ਕਿਸੇ, ਇਸ ਕਰਕੇ ਅਸੀਂ ਬੱਚਿਆਂ ਨੂੰ ਬਾਰ-ਬਾਰ ਜਾਣਕਾਰੀ ਦਿੰਦੇ ਕਿ ਆਪਣੀ ਬੇਵਜ੍ਹਾ ਇਮੇਜਸ ਨੂੰ, ਆਪਣੀ ਪਿਕਚਰਸ ਨੂੰ ਬੇਵਜ੍ਹਾ ਕਿਸੇ ਗਲਤ ਸਾਈਟ ਤੇ ਸ਼ੇਅਰ ਨਾ ਕਰੋ। ਅਗਰ ਤੁਸੀਂ ਅੱਜ ਸ਼ੇਅਰ ਕਰ ਰਹੇ ਜੀ, ਉਹਦਾ ਗਲਤ ਇਸਤੇਮਾਲ ਹੋ ਸਕਦਾ, ਉਹ ਤੁਹਾਡੀ ਪ੍ਰਾਈਵੇਸੀ ਵਿੱਚ ਹਨਨ ਹੋ ਸਕਦਾ।
ਆਪਣੇ ਆਧਾਰ ਕਾਰਡ ਦੀ ਜਾਣਕਾਰੀ, ਆਪਣੇ ਬੈਂਕ ਦੀ ਜਾਣਕਾਰੀ ਬੇਵਜ੍ਹਾ ਕਿਸੇ ਵੈਬਸਾਈਟ ਤੇ ਸ਼ੇਅਰ ਨਾ ਕਰੋ। ਬਹੁਤ ਜ਼ਿਆਦਾ ਸੋਚ ਸਮਝ ਕੇ ਰੱਖੋ, ਕਿਉਂਕਿ ਉਹ ਪ੍ਰਾਈਵੇਸੀ ਵਿੱਚ ਹਨਨ ਕਰ ਸਕਦੀਆਂ ਹੈਗੀਆਂ ਨੇ, ਕਿਤੇ ਨਾ ਕਿਤੇ ਉਹਦਾ ਮਿਸਯੂਜ਼ ਹੋ ਸਕਦਾ ਹੈਗਾ। ਫਿਰ ਕਿਤੇ ਨਾ ਕਿਤੇ ਵੇਖੋ ਹੇਟ ਸਪੀਚ ਦਾ ਬੜਾ ਇਸ਼ੂ ਆ ਰਿਹਾ ਹੈਗਾ, ਐਕਸਟ੍ਰੀਮ ਕੰਟੈਂਟ ਅਵੇਲੇਬਲ ਹੋ ਰਹੇ ਹੈਗੇ ਨੇ, ਉਹਨਾਂ ਤੋਂ ਵੀ ਬਚਣਾ। ਐਜ਼ ਏ ਵਿਦਿਆਰਥੀ ਤੁਹਾਨੂੰ ਬਹੁਤ ਜ਼ਿਆਦਾ ਸਮਝ ਹੋਣੀ ਚਾਹੀਦੀ ਆ ਕਿ ਆਪਾਂ ਇਸ ਕੰਮ 'ਚ ਨਹੀਂ ਪੈਣਾ। ਕਈ ਵਿਦਿਆਰਥੀ ਵੀ ਹੇਟ ਸਪੀਚ ਵਿੱਚ ਪੈ ਜਾਂਦੇ ਹੈਗੇ ਨੇ ਤੇ ਉਹਨਾਂ ਦਾ ਪੂਰਾ ਪੂਰਾ ਕਰੀਅਰ ਜਿਹੜਾ ਖਰਾਬ ਹੋ ਜਾਂਦਾ ਹੈਗਾ ਆ, ਕਿਉਂਕਿ ਉਹਨੂੰ ਫਿਰ ਮਿਟਾਉਣਾ ਬੜਾ ਔਖਾ ਹੋ ਜਾਂਦਾ। ਤੁਸੀਂ ਮੰਨ ਲਓ ਕੋਈ ਗਲਤ ਪਿਕਚਰਸ ਪਾ ਦਿੱਤੀ, ਆਪਣੀ ਕਿਸੇ ਹਥਿਆਰ ਦੇ ਨਾਲ ਪਾਤੀ, ਕੋਈ ਜਾਣਕਾਰੀ ਤੁਸੀਂ ਗਲਤ ਪਾਤੀ, ਤੁਸੀਂ ਕੋਈ ਸਪੀਚ ਗਲਤ ਦੇਤੀ, ਤੇ ਬਾਅਦ ਚ ਉਹਨੂੰ ਇੰਟਰਨੈਟ ਤੋਂ ਰਿਮੂਵ ਕਰਨਾ ਔਖਾ ਹੋ ਜਾਂਦਾ ਹੈਗਾ। ਇਸ ਚੀਜ਼ ਤੋਂ ਤੁਸੀਂ ਬਚਣਾ ਹੈਗਾ ਆ, ਤੇ ਆਪ ਵੀ ਕਿਸੇ ਹੇਟ ਸਪੀਚ ਨੂੰ ਸੁਣਨਾ ਵੀ ਨਹੀਂ ਹੈਗਾ, ਬੇਵਜ੍ਹਾ ਉਹਦੇ ਸੁਣਨ ਦੇ ਕੰਟੈਂਟ ਨੂੰ ਵੀ ਕੰਜ਼ਿਊਮ ਆਪਾਂ ਨਹੀਂ ਕਰਨਾ, ਕਿਉਂਕਿ ਬਹੁਤ ਕੰਜ਼ਿਊਮ ਕਰਦੇ ਨੇ ਇਸ ਤਰ੍ਹਾਂ ਦਾ ਕੰਟੈਂਟ ਜਿਹੜਾ ਕਿ ਗਲਤ ਹੈਗਾ। ਆਪਾਂ ਉਸ ਚੀਜ਼ ਤੋਂ ਬਚਣਾ ਹੈ। ਅਸੀਂ ਵੇਖਣਾ ਆ ਕਿ ਐਡਵਾਂਟੇਜ ਲੈਣੀ ਹੈ ਕਿ ਡਿਸਐਡਵਾਂਟੇਜ ਲੈਣੀ ਹੈ, ਜਾਣਕਾਰੀ ਲੈਣੀ ਹੈ ਕਿ ਮੈਂ ਹੇਟ ਸਪੀਚ ਨੂੰ ਜਾਂ ਐਕਸਟ੍ਰੀਮਿਸਟ ਕੰਟੈਂਟ ਨੂੰ ਕੰਜ਼ਿਊਮ ਕਰਨਾ ਹੈ। ਇਸ ਚੀਜ਼ ਦੀ ਬਹੁਤ ਗਹਿਰੀ ਸਮਝ ਹੋਣੀ ਚਾਹੀਦੀ ਹੈ। ਫਿਜ਼ੀਕਲ ਹੈਲਥ ਦੇ ਵੀ ਕੰਸਰਨ ਹੋ ਰਹੇ। ਸਾਰਾ ਦਿਨ ਅਗਰ ਆਪਾਂ ਕੰਪਿਊਟਰ ਅੱਗੇ ਬੈਠੇ ਰਵਾਂਗੇ, ਸਿਰ ਝੁਕਾ ਕੇ ਮੋਬਾਈਲ ਵੇਖਦੇ ਰਵਾਂਗੇ, ਤੇ ਕੀ ਸਾਡਾ ਜੀਵਨ ਚੰਗਾ ਹੋ ਜਾਏਗਾ ਕਿ ਬੁਰਾ ਹੋ ਜਾਏਗਾ। ਇਸ ਚੀਜ਼ ਬਾਰੇ ਬਹੁਤ ਧਿਆਨ ਰੱਖਣਾ ਹੈਗਾ ਆ। ਨਾ ਐਡਿਕਸ਼ਨ ਚ ਪਈਏ, ਨਾ ਅਸੀਂ ਗਲਤ ਜਾਣਕਾਰੀ ਚ ਪਈਏ, ਪ੍ਰਾਈਵੇਸੀ ਦਾ ਹਨਨ ਨਾ ਹੋਣ ਦਈਏ, ਤੇ ਫਿਜ਼ੀਕਲ ਹੈਲਥ ਨੂੰ ਵੀ ਬਚਾ ਕੇ ਰੱਖੀਏ। ਆਪਣੀਆਂ ਅੱਖਾਂ ਬਚਾਈਏ, ਆਪਣਾ ਦਿਮਾਗ ਬਚਾਈਏ, ਤੇ ਕਿਤੇ ਨਾ ਕਿਤੇ ਇਸ ਜਗ੍ਹਾ ਤੇ ਨਾ ਪਹੁੰਚੀਏ ਕਿ ਸਾਨੂੰ ਫਿਜ਼ੀਕਲ ਹੈਲਥ ਕੰਸਰਨ ਵੀ ਹੋ ਜਾਣ। ਤੇ ਫਿਰ ਓਵਰ ਰਿਲਾਇੰਸ ਵੀ ਨਹੀਂ ਕਰਨਾ ਟੈਕਨੋਲੋਜੀ ਤੇ। ਹੁਣ ਹੋ ਰਿਹਾ ਨਾ ਕਿ ਅਸੀਂ ਕਈ ਵਾਰ ਐਗਜ਼ਾਮਪਲ ਲਈ ਕਹਿ ਦਿੰਦੇ ਹੁੰਦੇ ਆ ਕਿ ਅਲੈਕਸਾ ਨੂੰ ਤੁਸੀਂ ਪੁੱਛੋ, AI ਦੇ ਕਿਸੇ ਵੀ ਟੂਲ ਨੂੰ ਪੁੱਛੋ, ਤੁਹਾਨੂੰ ਜਾਣਕਾਰੀ ਮਿਲ ਜਾਏਗੀ, ਮਗਰ ਉਹਨੇ ਤੁਹਾਨੂੰ ਰੋਟੀ ਨਹੀਂ ਬਣਾ ਕੇ ਦੇਣੀ ਹੈਗੀ। ਕੁਝ ਫਿਜ਼ੀਕਲ ਕੰਮ ਤੁਹਾਨੂੰ ਖੁਦ ਕਰਨੇ ਪੈਣੇ ਹੈਗੇ। ਓਵਰ ਰਿਲਾਇੰਸ ਨਹੀਂ ਕਰਨਾ। ਸਾਰੀ ਜਾਣਕਾਰੀ ਲਈ ਇਹ ਨਹੀਂ ਡਿਪੈਂਡ ਕਰ ਜਾਣਾ ਕਿ ਮੈਂ ਇੰਟਰਨੈਟ ਤੋਂ ਪ੍ਰਾਪਤ ਕਰ ਲਈ ਤੇ ਉਹ ਸਹੀ ਹੋਏਗੀ। ਤੁਸੀਂ ਓਵਰ ਰਿਲਾਇੰਸ ਟੈਕਨੋਲੋਜੀ ਤੇ ਨਹੀਂ ਕਰਨਾ। ਆਪਣੇ ਆਪ ਨੂੰ ਇੰਨਾ ਮਜ਼ਬੂਤ, ਇੰਨਾ ਸਟਰੋਂਗ, ਇੰਨਾ ਰਿਲਾਇਬਲ ਰੱਖਣਾ, ਇੰਨੀ ਜਾਣਕਾਰੀ ਤੋਂ ਉਤਪ੍ਰੋਤ ਰੱਖਣਾ ਕਿ ਤੁਹਾਡੇ ਕੋਲ ਹੋਰ ਸੋਰਸਸ ਵੀ ਹੋਣ। ਤੁਸੀਂ ਬਿਜ਼ਨਸ ਚਲਾ ਰਹੇ ਜੇ, ਅਸੀਂ ਕਹਿ ਰਹੇ ਕਿ ਬਿਜ਼ਨਸ ਤੁਸੀਂ ਕਰਨਾ ਹੈਗਾ ਆ, ਮਗਰ ਇਹ ਨਾ ਹੋਵੇ ਕਿ ਅਗਰ ਇੰਟਰਨੈਟ ਬੰਦ ਹੋ ਗਿਆ ਤਾਂ ਫਿਰ ਤੁਹਾਡਾ ਬਿਜ਼ਨਸ ਚੌਪਟ ਹੋ ਜਾਵੇ। ਤੁਸੀਂ ਕੋਈ ਨਾ ਕੋਈ ਵੀ ਆਊਟ ਉਹਦਾ ਵੀ ਰੱਖਣਾ ਹੈ। ਤੁਸੀਂ ਪੜ੍ਹਾਈ ਕਰ ਰਹੇ ਜੇ ਕੰਪਿਊਟਰ ਤੋਂ, ਬਹੁਤ ਚੰਗੀ ਗੱਲ ਆ, ਪਰ ਇਹ ਨਹੀਂ ਹੋ ਸਕਦਾ ਕਿ ਕੰਪਿਊਟਰ ਬੰਦ ਹੋ ਗਿਆ ਤਾਂ ਤੁਹਾਡੀ ਪੜ੍ਹਾਈ ਵੀ ਬੰਦ ਹੋ ਜਾਵੇ। ਇਸ ਚੀਜ਼ ਦੀ ਗਹਿਰੀ ਸਮਝ ਰੱਖਣੀ ਹੈ। ਮੇਰੇ ਬੱਚੇ, ਉਸ ਤੋਂ ਬਾਅਦ ਇੰਟਰਨੈਟ ਤੋਂ ਬਾਅਦ ਨਾ ਈਮੇਲ ਆਪਣੇ ਆਪ 'ਚ ਇੱਕ ਬਹੁਤ ਵਾਈਡ ਟੌਪਿਕ ਆ ਜਾਂਦਾ, ਕਿਉਂਕਿ ਈਮੇਲ ਆਪਣੇ ਆਪ 'ਚ ਕੀ ਹੈਗਾ ਆ। ਮੇਲ ਵਰਡ ਤਾਂ ਆਪਾਂ ਸਮਝਦੇ ਹਾਂ ਨਾ। ਈਮੇਲ ਕੀ ਹੋਇਆ ਫਿਰ? ਇਲੈਕਟ੍ਰੋਨਿਕ ਮੇਲ। ਤੇ ਜਦੋਂ ਇਲੈਕਟ੍ਰੋਨਿਕ ਮੇਲ ਕਿਸੇ ਸੰਸਥਾ ਤੋਂ ਜਾ ਰਹੀ ਆ ਤੇ ਕਈ ਵਾਰ ਉਹ ਕੀ ਮੰਨਿਆ ਜਾਂਦਾ, ਉਹਦੀ ਆਫੀਸ਼ੀਅਲ ਮੇਲ ਹੈ। ਦੇਖੋ ਪੱਤਰ ਵਿਵਹਾਰ ਤੇ ਸਦਾ ਬਿਜ਼ਨਸ ਵਿੱਚ ਰਿਹਾ ਸੀ। ਕੋਈ ਵੀ ਅਗਰ ਸੰਸਥਾ ਤੁਸੀਂ ਚਲਾ ਰਹੇ ਜੇ ਤੇ ਉੱਥੋਂ ਪੱਤਰ ਵਿਵਹਾਰ ਜਿਹੜਾ ਆਫੀਸ਼ੀਅਲੀ ਹੁੰਦਾ ਹੈ, ਉਹਨਾਂ ਦੁਆਰਾ ਚਿੱਠੀ ਦਿੱਤੀ ਜਾਂਦੀ ਹੈਗੀ ਆ, ਆਪਾਂ ਨੂੰ ਆਫੀਸ਼ੀਅਲ ਮੰਨਦੇ ਆ ਨਾ। ਉਸੇ ਤਰ੍ਹਾਂ ਅੱਜ ਕੱਲ੍ਹ ਆਪਾਂ ਈਮੇਲ ਨੂੰ ਵੀ ਆਫੀਸ਼ੀਅਲ ਈਮੇਲ ਮੰਨਦੇ ਆ ਕਿ ਅਗਰ ਕਿਸੇ ਸੰਸਥਾ ਤੋਂ ਕੋਈ ਈਮੇਲ ਜਾ ਰਹੀ ਹੈਗੀ ਆ ਤੇ ਉਹ ਤੁਹਾਡੀ ਸੰਸਥਾ ਵੱਲੋਂ ਆਫੀਸ਼ੀਅਲੀ ਭੇਜੀ ਗਈ ਹੈ। ਹੁਣ ਕੋਈ ਮੈਸੇਜ ਤੁਸੀਂ ਭੇਜ ਸਕਦੇ ਜੇ, ਡਾਕੂਮੈਂਟ ਭੇਜ ਸਕਦੇ ਜੇ, ਇਮੇਜ ਭੇਜ ਸਕਦੇ ਜੇ, ਕੋਈ ਫਾਈਲ ਨੂੰ ਤੁਸੀਂ ਟ੍ਰਾਂਸਫਰ ਕਰ ਸਕਦੇ ਜੇ। ਤੇ ਇਹ ਬਿਜ਼ਨਸ ਵਿੱਚ ਵੀ ਬੜੀ ਹੈਲਪਫੁਲ ਹੋ ਰਹੀ ਹੈਗੀ ਆ। ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਅਸੀਂ ਜਸਟ ਈਮੇਲ ਟਾਈਪ ਕੀਤੀ, ਆਪਣਾ ਡਾਕੂਮੈਂਟ ਅਪਲੋਡ ਕੀਤਾ ਤੇ ਜਾਣਕਾਰੀ ਉੱਥੋਂ ਤੱਕ ਪਹੁੰਚ ਗਈ। ਤੁਸੀਂ ਬਿਜ਼ਨਸ ਚਲਾਉਂਦੇ ਜੇ, ਕਿਸੇ ਨੇ ਤੁਹਾਨੂੰ ਕੋਟੇਸ਼ਨ ਮੰਗੀ, ਤੁਸੀਂ ਆਪਣੀ ਸਾਰੀ ਇਨਵੌਇਸ ਬਣਾ ਕੇ, ਸਾਰੇ ਪ੍ਰੋਡਕਟਸ ਦੀ ਜਾਣਕਾਰੀ ਬਣਾ ਕੇ ਉਹਨਾਂ ਨੂੰ ਭੇਜ ਦਿਓ। ਅੱਜ ਕੱਲ੍ਹ ਤਾਂ ਇਸ ਤਰ੍ਹਾਂ ਚੱਲਦਾ ਹੈਗਾ ਆ ਕਿ ਬੱਚੇ ਕੀ ਕਰਦੇ ਹੈਗੇ ਨੇ, ਜਿਹੜੇ ਵਪਾਰੀ ਹੈਗੇ ਨੇ, ਉਹ PDF ਬਣਾ ਲੈਂਦੇ ਨੇ ਆਪਣੇ ਸਾਰੇ ਪ੍ਰੋਡਕਟਸ ਦਾ, ਆਪਣੀ ਪੂਰੀ ਸਰਵਿਸਿਜ਼ ਦਾ, ਉਹਦੀ ਜਾਣਕਾਰੀ ਦੇ ਦਿੰਦੇ ਨੇ, ਉਹਦੀ ਕੀਮਤ ਦੱਸ ਦਿੰਦੇ ਨੇ ਤੇ ਸ਼ੇਅਰ ਕਰ ਦਿੰਦੇ ਨੇ। ਉਹ ਕੰਜ਼ਿਊਮਰ ਕੋ ਪਹੁੰਚ ਗਿਆ ਤੇ ਉਹਨੇ ਵੇਖਿਆ ਕਿ ਮੇਰੇ ਲਈ ਆ ਕੀ ਉਪਯੁਕਤ ਹੈਗਾ ਤੇ ਉਹ ਤੁਹਾਨੂੰ ਆਰਡਰ ਕਰ ਦੇਗਾ। ਤੇ ਇਹ ਕਿੱਥੋਂ ਈਜ਼ੀਲੀ ਹੋ ਸਕਦਾ? ਈਮੇਲ ਤੋਂ। ਤੇ ਈਮੇਲ ਮੈਂ ਬਾਰ-ਬਾਰ ਕਹਿ ਰਿਹਾ ਕਿ ਆਫੀਸ਼ੀਅਲ ਟੂਲ ਮੰਨਿਆ ਜਾਂਦਾ ਹੈਗਾ ਆ। ਹਰ ਇੱਕ ਸੰਸਥਾ ਦੀ ਇੱਕ ਆਫੀਸ਼ੀਅਲ ਈਮੇਲ ਹੁੰਦੀ ਆ, ਉਹਦਾ ਸਹੀ ਪ੍ਰਯੋਗ ਕੀਤਾ ਜਾਂਦਾ ਹੈਗਾ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨ ਲਈ। ਤੇ ਹੁਣ ਸਾਡੇ ਕੋਲ ਪੱਤਰ ਵਿਵਹਾਰ ਜਿਹੜਾ ਫਿਜ਼ੀਕਲ ਹੈਗਾ ਸੀ ਨਾ, ਕਿ ਅਸੀਂ ਡਾਕ 'ਚ ਪਾਉਂਦੇ ਹਾਂ, ਉਹ ਪਹੁੰਚਦਾ ਸੀ, ਉਹ ਬਹੁਤ ਘੱਟ ਗਿਆ ਹੈਗਾ। ਉਹਦੀ ਜਗ੍ਹਾ ਕੀ ਆ ਗਿਆ ਹੈਗਾ ਆ? ਇਲੈਕਟ੍ਰੋਨਿਕ ਮੇਲ ਆ ਗਈ ਹੈਗੀ ਆ, ਕਿ ਅਸੀਂ ਕੋਈ ਵੀ ਇਮੇਜ ਸ਼ੇਅਰ ਕਰਨੀ ਹੁੰਦੀ ਸੀ, ਕੋਈ ਲੈਟਰ ਰਿਟਨ ਵਿੱਚ ਆਪਣਾ ਲਿਖਣਾ ਹੁੰਦਾ ਸੀ, ਇਹ ਸਾਰੀਆਂ ਚੀਜ਼ਾਂ ਈਮੇਲ ਨਾਲ ਪੋਸੀਬਲ ਹੋ ਗਈਆਂ। ਸ਼ਾਇਦ ਹੀ ਕੋਈ ਚੀਜ਼ ਇਸ ਤਰ੍ਹਾਂ ਦੀ ਆ ਜਿਹੜੀ ਕਿ ਪੱਤਰ ਵਿਵਹਾਰ ਨਾਲ ਹੋ ਸਕਦੀ ਸੀ ਤੇ ਹੁਣ ਈਮੇਲ ਨਾਲ ਨਹੀਂ ਹੋ ਸਕਦੀ ਹੈਗੀ। ਇਸ ਕਰਕੇ ਇਹਦਾ ਵੀ ਉਪਯੋਗ ਤੁਹਾਨੂੰ ਆਉਣਾ ਚਾਹੀਦਾ। ਆਪਣੀ ਈਮੇਲ ਬਣਾ ਕੇ ਰੱਖੋ। ਉਸ ਈਮੇਲ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਹੈ, ਉਹਦਾ ਪ੍ਰੈਕਟੀਕਲ ਵੀ ਇੱਕ ਆਉਂਦਾ ਹੈਗਾ ਆ, ਉਹਦੀ ਵੀ ਤਿਆਰੀ ਤੁਸੀਂ ਰੱਖਣੀ ਹੈਗੀ ਆ ਕਿ ਅਸੀਂ ਈਮੇਲ ਕਰਨੀ ਕਿਸ ਤਰ੍ਹਾਂ ਹੈਗੀ ਆ। ਇਹ ਆਪਾਂ ਇੰਗਲਿਸ਼ ਵਿੱਚ ਵੀ ਪੜ੍ਹਾਉਂਦੇ ਹਾਂ 9th ਵਿੱਚ, ਤੇ ਹੁਣ ਆਪਾਂ +1 ਵਿੱਚ ਪੜ੍ਹਾਉਂਦੇ ਹੈਗੇ ਆ
ਕਿ ਈਮੇਲ ਕਿਸ ਤਰ੍ਹਾਂ ਕਰਨੀ ਹੈ +1 +2 ਵਿੱਚ ਇਹਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਕਿ ਬੱਚਿਆਂ ਨੂੰ ਇਸ ਚੀਜ਼ ਦੀ ਸਮਝ ਹੋਵੇ। ਤੇ ਇਹ ਬੜਾ ਆਸਾਨ ਹੈਗਾ ਆ ਕਿ ਕੋਈ ਵੀ ਜਿਹੜੀ ਜਾਣਕਾਰੀ ਹੈਗੀ ਆ ਇਮੇਜ ਦੇ ਰੂਪ ਵਿੱਚ, ਡਾਕੂਮੈਂਟ ਦੇ ਰੂਪ 'ਚ ਆਪਾਂ ਉਹਨੂੰ ਸ਼ੇਅਰ ਆਸਾਨੀ ਨਾਲ ਕਰ ਸਕਦੇ ਹੈਗੇ ਆ। ਫਿਰ ਉਹੀ ਗੱਲ ਬੱਚੇ, ਇਹਨਾਂ ਦੇ ਐਡਵਾਂਟੇਜ ਕੀ ਹੈਗੇ ਆ? ਮੈਨੂੰ ਤਾਂ ਸਿੰਪਲ ਇੱਕ ਐਡਵਾਂਟੇਜ ਪਹਿਲਾਂ ਇਹ ਸਮਝੋ ਕਿ ਸਹੂਲਤ ਕਿੰਨੀ ਹੋਗੀ। ਤੁਸੀਂ ਕੰਪਿਊਟਰ ਅੱਗੇ ਬੈਠੇ ਜੇ, ਤੁਹਾਡੇ ਕੋਲ ਇਮੇਜ ਹੈਗੀ ਆ, ਤੁਹਾਡੇ ਕੋਲ ਜਾਣਕਾਰੀ ਹੈਗੀ ਆ, ਤੁਹਾਡੇ ਕੋਲ ਬਹੁਤ ਵੱਡਾ ਡੇਟਾਬੇਸ ਹੈਗਾ ਆ, ਤੁਸੀਂ ਬੜੀ ਸਹੂਲਤ ਦੇ ਨਾਲ, ਕਨਵੀਨਸ ਹੈਗਾ ਨਾ, ਕਿੰਨਾ ਆਸਾਨੀ ਹੈਗੀ ਹੈ ਕਿ ਤੁਸੀਂ ਉਹਨੂੰ ਸ਼ੇਅਰ ਕਰ ਦਿਓ ਇੱਕ ਜਗ੍ਹਾ। ਫਿਰ ਪਹਿਲਾਂ ਕੀ ਹੁੰਦਾ ਸੀ ਕਿ ਅਗਰ ਮੈਂ ਇੱਕ ਲੈਟਰ ਲਿਖਿਆ ਤੇ ਮੈਂ ਇੱਕ ਬੰਦੇ ਨੂੰ ਭੇਜ ਸਕਦਾ, ਇੱਕ ਸੰਸਥਾ ਨੂੰ ਭੇਜ ਸਕਦਾ। ਹੁਣ ਮੈਂ ਅਗਰ ਇੱਕ ਲੈਟਰ ਲਿਖ ਰਿਹਾ ਤਾਂ ਮੈਂ 10 ਕੀ 100 ਕੀ 1000 ਜਿੰਨਿਆਂ ਨੂੰ ਚਾਹਾਂ ਭੇਜ ਸਕਦਾ ਹੈਗਾ। ਮੰਨ ਲਓ ਮੇਰਾ 1 ਲੱਖ ਕਲਾਇੰਟ ਹੈਗਾ ਆ, ਮੈਂ ਕਈ ਵਾਰ ਤੁਸੀਂ ਵੇਖੋਗੇ ਅਗਰ ਆਪਾਂ ਕਿਸੇ ਕੰਪਨੀ ਦੇ ਸ਼ੇਅਰ ਖਰੀਦੇ ਹੋਣ ਨਾ, ਕਿ ਉਹਨਾਂ ਦੀ ਜਦੋਂ ਐਨੂਅਲ ਮੀਟਿੰਗ ਹੋ ਰਹੀ ਹੈਗੀ ਆ ਤੇ ਉਹ ਆਪਣੇ ਲੱਖਾਂ ਜਿਹੜੇ ਸ਼ੇਅਰ ਹੋਲਡਰਸ ਹੈਗੇ ਆ ਉਹਨਾਂ ਨੂੰ ਇੱਕ ਕਲਿੱਕ ਦੇ ਨਾਲ ਉਹ ਸਾਰੀ ਜਾਣਕਾਰੀ ਈਮੇਲ ਰਾਹੀਂ ਭੇਜ ਦਿੰਦੇ ਹੈਗੇ। ਤੇ ਕਿੰਨਾ ਆਸਾਨ ਹੋ ਗਿਆ ਨਾ। ਤੇ ਉਸ ਤੋਂ ਬਾਅਦ ਸਪੀਡ, ਮੰਨ ਲਓ ਮੈਂ ਤੁਹਾਨੂੰ ਈਮੇਲ ਕਰਨੀ ਹੈ, ਮੈਂ ਈਮੇਲ ਲਿਖ ਲਈ, ਉਸ ਤੋਂ ਬਾਅਦ ਕਿੰਨਾ ਟਾਈਮ ਲੱਗੂਗਾ? ਉਹਦੀ ਸਪੀਡ ਵੇਖੋ ਬੱਚਿਓ, ਉਹ ਤੇ ਮਿੰਟਾਂ ਸਕਿੰਟਾਂ ਵਿੱਚ ਚਲੀ ਜਾਊਗੀ। ਜਸਟ ਇੱਕ ਕਲਿੱਕ ਕੀਤਾ ਤੇ ਤੁਹਾਡੇ ਕੋਲ ਜਾਣਕਾਰੀ ਪਹੁੰਚ ਵੀ ਗਈ, ਤੁਹਾਡੇ ਕੋਲ ਈਮੇਲ ਪਹੁੰਚ ਵੀ ਗਈ। ਕੋਸਟ ਇਫੈਕਟਿਵ ਵੀ ਆ, ਜਿਸ ਤਰ੍ਹਾਂ ਮੈਂ ਦੱਸਿਆ ਕਿ ਅਗਰ 1 ਲੱਖ ਬੰਦੇ ਨੂੰ ਵੀ ਮੈਂ ਆਪਣੀ ਸ਼ੇਅਰ ਦੀ ਜਾਣਕਾਰੀ ਦੇਣੀ ਹੈਗੀ, ਆਪਣੀ ਕੰਪਨੀ ਦੀ ਜਾਣਕਾਰੀ ਦੇਣੀ ਹੈਗੀ ਆ, ਆਪਣੀ ਇਨਵੋਇਸ ਦੀ ਜਾਣਕਾਰੀ ਦੇਣੀ ਆ, ਆਪਣੇ ਪ੍ਰੋਡਕਟ ਦੀ ਜਾਣਕਾਰੀ ਦੇਣੀ ਆ, ਤੇ ਮੈਂ ਇੱਕ ਵਾਰ ਇੱਕ ਈਮੇਲ ਤਿਆਰ ਕਰ ਲਈ ਤੇ ਆਪਣੇ ਲੱਖਾਂ ਕਲਾਇੰਟਸ ਨੂੰ ਭੇਜ ਦਵਾਂ। ਕਿੰਨਾ ਆਸਾਨ ਹੈਗਾ। ਆਰਕਾਈਵ ਕਰਕੇ ਰੱਖ ਸਕਦਾ ਹੈਗਾ, ਬਾਅਦ ਵਿੱਚ ਕਿਤੇ ਵੀ ਉਹਦਾ ਇਸਤੇਮਾਲ ਕੀਤਾ ਜਾ ਸਕਦਾ ਹੈਗਾ। ਈਜ਼ੀ ਟੂ ਯੂਜ਼ ਹੈਗੀ ਆ, ਬੜੀ ਆਸਾਨ, ਫਲੈਕਸੀਬਲ ਹੈਗੀ ਆ। ਅਗਰ ਮੈਨੂੰ ਲੱਗਦਾ ਹੈ ਕਿ ਮੈਂ 10 ਕਸਟਮਰ ਨੂੰ ਅਲੱਗ-ਅਲੱਗ ਈਮੇਲ ਕਰਨੀ ਸੀ ਤੇ ਪਰ ਉਹਨਾਂ ਦਾ ਸਿਰਫ ਨਾਂ ਬਦਲਨੇ ਆ, ਤੇ ਮੇਰੇ ਕੋਲ ਇੰਨੇ ਟੂਲ ਅਵੇਲੇਬਲ ਨੇ ਕਿ ਮੈਂ ਉਹਨਾਂ ਦਾ ਜਸਟ ਨਾਮ ਬਦਲਾਂਗਾ, ਬਾਕੀ ਸਾਰੀ ਜਾਣਕਾਰੀ ਉਹ ਰੱਖਾਂਗਾ ਤੇ ਫਲੈਕਸੀਬਲੀ ਉਹਨਾਂ ਨੂੰ ਭੇਜ ਦਾਂਗਾ। ਲਾਰਜ ਫਾਈਲਸ ਵੀ ਹੁਣ ਟ੍ਰਾਂਸਫਰ ਹੋ ਜਾਂਦੀ ਆ। ਮੰਨ ਲਓ ਅਗਰ 1000 ਪੇਜ ਦੀ ਕੋਈ ਜਾਣਕਾਰੀ ਆ, ਕਿ 1000 ਪੇਜ ਮੈਨੂੰ ਮੇਲ ਰਾਹੀਂ ਭੇਜਣਾ ਪੈਂਦਾ, ਟ੍ਰੈਡੀਸ਼ਨਲ ਵੇ ਨਾਲ ਭੇਜਣਾ ਪੈਂਦਾ, ਤੇ ਉਹ ਔਖਾ ਮਹਿਸੂਸ ਹੋਣਾ ਸੀ ਕਿ ਉਹ ਪੂਰੀ ਦੀ ਪੂਰੀ ਬਾਈਂਡਿੰਗ ਕਿਸ ਤਰ੍ਹਾਂ ਮੈਂ ਭੇਜਣੀ ਹੈਗੀ ਆ। ਮਗਰ ਇੱਥੇ 1000 ਪੇਜ, ਲੱਖ ਪੇਜ ਆਸਾਨੀ ਨਾਲ ਚਲਾ ਜਾਂਦਾ ਹੈਗਾ, ਕੋਈ ਮੁਸ਼ਕਲ ਹੀ ਕੋਈ ਨਹੀਂ ਆ ਰਹੀ ਹੈਗੀ। ਤੇ ਐਡਵਾਂਟੇਜ ਬਹੁਤ ਸਾਰੇ ਹੈਗੇ ਨੇ। ਫਿਰ ਉਹੀ ਬੱਚੇ, ਕੁਝ ਲਿਮਿਟੇਸ਼ਨ ਵੀ ਤਾਂ ਹੋਣਗੀਆਂ ਨਾ। ਜੇ ਐਡਵਾਂਟੇਜ ਹੈਗੇ ਆ, ਸਪੈਮ ਮੇਲਸ ਬਹੁਤ ਆ ਰਹੀਆਂ। ਪਹਿਲਾਂ ਕੀ ਹੁੰਦਾ ਸੀ ਕਿ ਸਾਨੂੰ ਜਿਹੜੇ ਡਾਕ ਰਾਹੀਂ ਪੱਤਰ ਵਿਵਹਾਰ ਹੁੰਦਾ ਸੀ, ਸ਼ਾਇਦ ਹੀ ਕੋਈ ਗਲਤ ਸਾਡੇ ਕੋਲ ਪੱਤਰ ਜਿਹੜਾ ਪਹੁੰਚਦਾ ਹੁੰਦਾ ਸੀ। ਮਗਰ ਹੁਣ ਹਜ਼ਾਰਾਂ ਦੀ ਗਿਣਤੀ ਜੰਕ ਮੇਲ ਸਾਡੇ ਇਨਬਾਕਸ ਵਿੱਚ ਪਹੁੰਚੇ ਹੁੰਦੇ ਨੇ, ਉਹਨਾਂ ਤੋਂ ਵੀ ਨਜਿੱਠਣਾ ਹੈਗਾ ਆ। ਕਈ ਵਾਰ ਕੁਝ ਸਾਈਟਸ ਜਿਹੜੀਆਂ ਹੈਗੀਆਂ ਲਿਮਟਿਡ ਫਾਈਲ ਅਟੈਚਮੈਂਟ ਸਾਈਜ਼ ਦਿੰਦੀਆਂ ਨੇ ਕਿ ਇਹ ਤੋਂ ਵੱਧ ਨਹੀਂ ਆਪਾਂ ਕਰ ਸਕਦੇ। ਉਹਦੇ ਲਈ ਵੀ ਆਪਾਂ ਨੂੰ ਸੋਚਣਾ ਕਿ ਸਾਡੇ ਕੋਲ ਆਪਣੇ ਸਰਵਰ ਹੋਣ, ਆਪਾਂ ਕਿਸ ਤਰ੍ਹਾਂ ਨੂੰ ਅਟੈਚ ਕਰੇ। ਸਿਕਿਉਰਿਟੀ ਰਿਸਕ ਵੀ ਹੈਗੇ ਨੇ, ਕਿਤੇ ਈਮੇਲ ਕੋਈ ਹੋਰ ਨਾ ਖੋਲ ਕੇ ਵੇਖ ਲਵੇ, ਠੀਕ ਹੈ ਨਾ, ਉਹਦਾ ਪਾਸਵਰਡ ਨਾ ਲੀਕ ਹੋ ਜੇ। ਰਿਲਾਇਬਲ ਹੈਗਾ ਕਿ ਨਹੀਂ ਹੈਗਾ ਉਹ ਵੀ ਸਾਨੂੰ ਵੇਖਣਾ ਪੈਂਦਾ। ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਪਰ ਕਿਤੇ ਉਹ ਗਲਤ ਈਮੇਲ ਆ ਜਾਂਦੀ ਹੈਗੀ ਆ, ਅਸੀਂ ਉਹਨੂੰ ਓਕੇ ਸਮਝ ਲੈਂਦੇ ਹਾਂ। ਮਿਸਕਮਿਊਨੀਕੇਸ਼ਨ ਹੋ ਜਾਂਦਾ ਹੈਗਾ ਕਈ ਵਾਰ, ਉਹਨੂੰ ਵੀ ਆਪਾਂ, ਸਲੋ ਡਿਲੀਵਰੀ ਹੋ ਜਾਂਦੀ ਹੈ ਕਈ ਵਾਰ, ਲਿਮਟਿਡ ਫਾਰਮੈਟਿੰਗ ਹੁੰਦੀ ਆ। ਇਹ ਸਾਰੀਆਂ ਚੀਜ਼ਾਂ ਤੇ ਡਿਸਐਡਵਾਂਟੇਜ ਆਪਾਂ ਸਮਝਣੀਆਂ ਹੈਗੀਆਂ, ਲਿਮਿਟੇਸ਼ਨ ਸਮਝਣੀਆਂ, ਪਰ ਇਹ ਮੰਨ ਕੇ ਚੱਲਣਾ ਆਪਾਂ ਇਹਨਾਂ ਨੂੰ ਓਵਰਕਮ ਕਰ ਸਕਦੇ ਹੈਗੇ ਆ। ਆਪਾਂ ਆਪਣੀ ਜਾਣਕਾਰੀ ਨਾਲ ਇਹਨਾਂ ਨੂੰ ਨਜਿੱਠ ਸਕਦੇ ਹੈਗੇ ਆ ਤੇ ਆਪਾਂ ਅੱਗੇ ਵਧ ਸਕਦੇ ਹੈਗੇ ਆ। ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ, ਬਹੁਤ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਕਿ ਆਪਾਂ ਇਹ ਤੋਂ ਅੱਗੇ ਨਹੀਂ ਵਧ ਸਕਦੇ ਹੈਗੇ। ਮਗਰ ਕੁਐਸਚਨ ਦੇ ਪੁਆਇੰਟ ਆਫ View ਨਾਲ ਆਪਾਂ ਈਮੇਲ ਸਮਝਿਆ, ਉਹਨਾਂ ਦੇ ਐਡਵਾਂਟੇਜ ਸਮਝੇ ਤੇ ਫਿਰ ਉਹਨਾਂ ਦੇ ਕੁਝ ਲਿਮਿਟੇਸ਼ਨ ਸਮਝੀਆਂ। ਅਗਰ ਇਹ ਸਾਨੂੰ ਸਮਝ ਆ ਗਿਆ ਤਾਂ ਸਾਡੇ ਲਈ ਹੁਣ ਬੜਾ ਆਸਾਨ ਹੋ ਜਾਣਾ ਆ ਇਹ ਟੌਪਿਕ ਕਲੀਅਰ ਕਰਨਾ। ਤੇ ਪਿਆਰੇ ਬੱਚੇ, ਜਦੋਂ ਵੀ ਮੈਂ ਟੌਪਿਕ ਪੜਾਉਣਾ ਹੈਗਾ ਆ ਤੇ ਮੇਰੀ ਹਰਦਮ ਮਨਸ਼ਾ ਹੁੰਦੀ ਆ ਕਿ ਕੁਝ ਟਰੂ ਐਂਡ ਫਾਲਸ ਜ਼ਰੂਰ ਆਪਾਂ ਕਰਨੇ ਹੈਗੇ, ਕਿਉਂਕਿ ਜਿਹੜਾ ਬੱਚਾ ਟਰੂ ਐਂਡ ਫਾਲਸ ਨੂੰ ਸਹੀ ਤਰੀਕੇ ਨਾਲ ਕਰ ਲੈਂਦਾ, ਮੇਰੀ ਨਜ਼ਰ ਵਿੱਚ ਉਹਨੂੰ ਉਹ ਟੌਪਿਕ ਪੂਰੀ ਤਰ੍ਹਾਂ ਸਮਝ ਆ ਗਿਆ ਹੁੰਦਾ। ਫॉर एग्जांपल ਕਿ ਇੰਟਰਨੈਟ ਜਿਹੜਾ ਆ ਉਹ ਇੱਕ ਸਿੰਗਲ ਆਰਗੇਨਾਈਜੇਸ਼ਨ ਜਾਂ ਕਿਸੇ ਇਕੱਲੇ ਬੰਦੇ ਨੇ ਓਨ ਕੀਤਾ ਹੋਇਆ, ਉਹ ਮਤਲਬ ਇੱਕ ਬੰਦੇ ਕੋਲ ਹੈਗਾ ਸਾਰਾ ਦਾ ਸਾਰਾ। ਜਵਾਬ ਕੀ ਆਏਗਾ? ਨਹੀਂ, ਗਲਤ, ਫਾਲਸ। क्यों फॉल्स? क्योंकि तो नेटवर्क हैगा आ मिलियंस ऑफ कंप्यूटर्स का, कोई एक बंदा ऑन नहीं करता। ये नहीं हो सकता कि एक बंदा उन्हें बंद कर दे तो सारा बंद हो जाए इस तरह, इस करके फाल्स है। इस तरह तुम आ सारे ही क्वेश्चन प्यारे बच्चे ध्यान नाल वेखो। राउटर रिस्पोंसिबल होंदा है राउटिंग ते डायरेक्टिंग ट्रैफिक लई, हाँ बिल्कुल सही गल है, इहो ही राउटर का काम है ना, वर्ड राउटर बनया हैगा ओहदा, वर्ड तो ही सानू क्लीयर हो जाना चाहिए। ਆਪਾਂ ISP ਬਾਰੇ ਪੁੱਛਿਆ ਕਿ ਉਹ ਇੰਟਰਨੈਟ ਪ੍ਰੋਵਾਈਡ ਕਰਦੀ ਹੈ ਕਸਟਮਰ ਨੂੰ, ਜੀ ਹਾਂ ਇਹੋ ਹੀ ਕੰਮ ਹੈਗਾ ਜੀ, ਉਹ ਇੰਟਰਨੈਟ ਹੀ ਪ੍ਰੋਵਾਈਡ ਕਰਦੀ ਆ। ਐਨ ਇੰਟਰਨੈਟ ਕਨੈਕਸ਼ਨ ਕੈਨ ਐਸਟੈਬਲਿਸ਼ ਥਰੂ ਬ੍ਰੌਡਬੈਂਡ, ਡਾਇਲ-ਅਪ, ਸੈਟਲਾਈਟ ਤੇ ਸੈਲੂਲਰ ਮੈਥਡ। ਜੀ ਹਾਂ, ਇਹ ਸਾਰੇ ਮੈਥਡ ਹੈ ਬੱਚੇ, ਅਲੱਗ-ਅਲੱਗ ਮੈਥਡ ਹੈਗੇ ਆ ਜਿਨ੍ਹਾਂ ਦੁਆਰਾ ਆਪਾਂ ਇੰਟਰਨੈਟ ਪ੍ਰਾਪਤ ਕਰ ਸਕਦੇ। ਸਾਡੇ ਮੋਬਾਈਲ ਵਿੱਚ ਸੈਲੂਲਰ ਨਾਲ ਆ ਜਾਂਦਾ, ਅੱਜ ਕੱਲ੍ਹ ਸੈਟਲਾਈਟ ਦਾ ਵੀ ਜ਼ਮਾਨਾ ਆ ਚੱਲਿਆ ਹੈਗਾ ਆ, ਬ੍ਰੌਡਬੈਂਡ ਵੀ ਚੱਲ ਰਿਹਾ, ਪਹਿਲਾਂ ਡਾਇਲ-ਅਪ ਵੀ ਚੱਲਦਾ ਹੁੰਦਾ ਸੀ।
तो यूज इंटरनेट कंप्यूटर मस्ट हैव सॉफ्टवेयर। बिल्कुल बच्चों, कोई ना कोई तो सॉफ्टवेयर ਹੋਏਗਾ ਨਾ ਜਿਹੜਾ ਉਹਨੂੰ ਚਲਾਉਣ 'ਚ ਮਦਦ ਕਰ ਰਿਹਾ ਹੋਏਗਾ। ਉਹਦੇ ਬਾਰੇ ਵੀ ਆਪਾਂ ਜਾਣਕਾਰੀ ਰੱਖਣੀ ਹੈਗੀ ਹੈ। The internet backbone is responsible for storage and management of information। ਜਿਸ ਤਰ੍ਹਾਂ ਕਿ ਕੋਈ ਵੈਬਸਾਈਟ ਹੋ ਗਈ, ਫਾਈਲ ਹੋ ਗਈ, ਈਮੇਲ, ਬਿਲਕੁਲ ਸਹੀ ਗੱਲ ਹੈਗੀ ਆ। ਤੇ ਪਿਆਰੇ ਬੱਚਿਓ, ਇਹ ਜਦੋਂ ਆਪਾਂ ਪੜ੍ਹਿਆ ਤੇ ਸਾਨੂੰ ਅੱਜ ਆਪਣਾ ਸਾਰਾ ਟੌਪਿਕ ਕਲੀਅਰ ਹੋ ਗਿਆ ਹੋਊਗਾ। ਤੇ ਇਸੇ ਤਰ੍ਹਾਂ ਆਪਾਂ ਪੜ੍ਹਦੇ ਰਹਿਣਾ ਹੈਗਾ। ਫੰਡਾਮੈਂਟਲ ਆਫ ਈ ਬਿਜ਼ਨਸ ਨੂੰ ਆਪਾਂ ਸਮਝਦੇ ਰਹਿਣਾ। ਧੰਨਵਾਦ।